ਪੰਜਾਬੀ ਰੇਡੀਓ ਯੂਐਸਏ ਦਾ ਇੱਕ ਮਿਸ਼ਨ ਸੀਗਾ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ ਵੀ ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ, ਪੰਜਾਬੀਅਤ ਦੀ, ਪੰਜਾਬ ਦੀ ਗੱਲ ਕਰਨੀ, ਇੱਥੇ ਜਿਹੜੇ ਵੱਸਦਾ ਭਾਈਚਾਰਾ ਆ ਉਹ ਆਪਣੀਆਂ ਗੱਲਾਂ, ਆਪਣੇ ਜਿਹੜੇ ਵਿਚਾਰ ਆ ਇੱਕ ਦੂਜੇ ਦੇ ਨਾਲ ਸਾਂਝੇ ਕਰ ਸਕਣ। ਤੁਹਾਡਾ ਸਾਰਿਆਂ ਦਾ ਇਹ ਮੀਡੀਆ ਆ, ਤੁਸੀਂ ਸਾਰਿਆਂ ਨੇ ਇਸ ਨੂੰ ਚਲਾਇਆ, ਤੁਹਾਡਾ ਬਹੁਤ ਯੋਗਦਾਨ ਆ ਤੇ ਸਾਡਾ ਮਕਸਦ ਵੀ ਇਹੀ ਸੀਗਾ ਕਿ ਆਪਾਂ ਰੇਡੀਓ ਨੂੰ ਜਿਹੜੇ ਚਲਾਉਣਾ ਆ ਉਹ ਲੋਕਾਂ ਲਈ ਹੋਊਗਾ। ਲੋਕਾਂ ਦਾ ਪਿਆਰ ਆ ਉਹ ਸਾਨੂੰ ਮਿਲਦਾ ਆ, ਜਿੰਨੇ ਵੀ ਤੁਸੀਂ ਬੋਲਦੇ ਆ ਲੋਕਾਂ ਨੇ ਤੁਹਾਨੂੰ ਅਸੈਪਟ ਕੀਤਾ ਆ। ਆਪਣੀ ਪਛਾਣ ਬਣਾਉਣੀ ਉਹਦੇ ਲਈ ਕੋਈ ਨਾ ਕੋਈ ਮੰਚ ਚਾਹੀਦਾ ਹੁੰਦਾ ਆ, ਇਸ ਕਰਕੇ ਪੰਜਾਬੀ ਰੇਡੀਓ ਯੂਐਸਏ ਨੇ ਸਾਨੂੰ ਇਦਾਂ ਦਾ ਮੰਚ ਦਿੱਤਾ ਕਿ ਸਾਰਿਆਂ ਤੱਕ ਸਾਡੀ ਆਵਾਜ਼ ਜਾ ਸਕੇ। ਜੇ ਇਹ ਮੰਚ ਨਹੀਂ ਮਿਲਦਾ ਤੇ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦਾ ਸੀਗਾ। ਸੋ ਧੰਨਵਾਦ ਸਾਰਿਆਂ ਦਾ ਤੇ ਤੁਹਾਡਾ ਸਾਰਿਆਂ ਨੂੰ ਜੁੜਨ ਦਾ। ਸਰਬਸੰਮਤੀ ਦਾ ਨਾਂ ਰੱਖ ਹੋ ਗਿਆ ਤੇ ਇਹਦਾ ਮੋਟੋ ਕੀ ਰੱਖਿਆ ਜਾਏ? ਸੋ ਕਹਿੰਦਾ ਮੋਟੋ ਉਹੀ ਰੱਖਦੇ ਆ ਜੋ ਸਾਲ ਪਹਿਲਾਂ ਸੋਚਿਆ ਸੀ ਕਿ ਯੂਨਾਈਟਿਡ ਪੰਜਾਬੀਜ਼ ਆਲ ਓਵਰ। ਸੋ ਤਿੰਨ ਤਰ੍ਹਾਂ ਦੇ ਪੰਜਾਬ ਅਸੀਂ ਕੰਸੀਡਰ ਕਰਦੇ ਆ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਡਾਇਸਪੋਰਾ ਪੰਜਾਬ, ਜਿਹਦੇ ਵਿੱਚ ਅਸੀਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਵੀ ਗੱਲ ਕਰਦੇ ਆ। ਇੱਕ ਗਾਣਾ ਚੱਲਦਾ ਹੁੰਦਾ ਸੀ ਨਾ, ਬੁਲਟ ਤੇ ਰੱਖਿਆ ਪਟਾਕੇ ਪਾਉਣ ਲਈ। ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਨਾ, ਇਹ ਸਿਰਫ ਪਟਾਕੇ ਪਾਉਣ ਲਈ ਹੈ। ਜੋ ਵੀ ਹੈ ਵੇ ਕ੍ਰੈਡਿਟ ਸਾਰਾ ਜਿਹੜਾ ਬਿਲਕੁਲ ਇਹਨਾਂ ਨੂੰ ਹੀ ਜਾਂਦਾ ਹੈ, ਇਸ ਟੀਮ ਨੂੰ ਜਾਂਦਾ ਹੈ, ਇਹ ਸਾਰੇ ਮੈਂਬਰਸ ਨੂੰ ਜਾਂਦਾ ਹੈ। ਪਰ ਸ਼ਾਲਾ ਪਰਮਾਤਮਾ ਕਰੇ ਪੰਜਾਬੀ ਰੇਡੀਓ ਯੂਐਸਏ ਇਸੇ ਤਰ੍ਹਾਂ ਫਿਜ਼ਾਵਾਂ ਦੇ ਵਿੱਚ ਗੂੰਜਦਾ ਰਹੇਗਾ। ਬਹੁਤ ਬਹੁਤ ਧੰਨਵਾਦ। ਕੁਛ ਵੀ ਉਹ ਕਹਿੰਦੇ ਕੋਈ ਨਹੀਂ, ਪਰੌਂਠੇ ਬਹੁਤ ਵਧੀਆ ਮਿਲਦੇ, ਤੁਸੀਂ ਪਹੁੰਚੋ ਕੰਮ ਸਿੱਖ ਜਾਓਗੇ। ਉਹੀ ਗੱਲ ਹੀ, ਉੱਥੇ ਆਏ ਸਾਰਾ ਕੁਝ ਸਿੱਖਿਆ। ਅਸੀਂ ਪ੍ਰੋਗਰਾਮਸ 'ਚ ਵੀ ਬੋਲੇ, ਖਬਰਾਂ ਵੀ ਕੀਤੀਆਂ, ਜਿਹੜਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਹੋ ਜਿਹੇ ਕੰਮ ਕਰੂੰਗਾ। ਜੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ। ਨਿੱਗੀ ਜੀ ਸਤਿ ਸ਼੍ਰੀ ਅਕਾਲ। ਸਭ ਦੇ ਆਇਆਂ ਦਾ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ ਰੇਡੀਓ ਯੂਐਸਏ ਦੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਸਾਰੇ ਜਾਣੇ ਸ਼ਾਮਿਲ ਹੋ, ਤੁਸੀਂ ਅੱਜ ਉਚੇਚੇ ਤੌਰ ਦੇ ਉੱਤੇ ਇੱਥੇ ਚਾਰਟ ਭਵਨ ਦੇ ਵਿੱਚ ਪਹੁੰਚੇ ਆ। 13ਵੀਂ ਸਾਲਗਿਰਾ ਪੰਜਾਬੀ ਰੇਡੀਓ ਯੂਐਸਏ ਦੀ ਆਪਾਂ ਇੱਥੇ ਅੱਜ ਮਨਾ ਰਹੇ ਹਾਂ। 2010 ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੀ ਸ਼ੁਰੂਆਤ ਹੋਈ। ਉਹ ਤਾਂ ਪਹਿਲਾਂ ਵੀ ਰੇਡੀਓ ਚੱਲ ਰਹੇ ਸੀ, ਸੋ ਉਹਨਾਂ ਨੂੰ ਆਪਾਂ ਬਾਏ ਕੀਤਾ, ਉਦੋਂ ਤੋਂ ਸ਼ੁਰੂਆਤ ਕੀਤੀ ਤੇ ਫਿਰ ਉਦੋਂ ਤੋਂ ਲੈ ਕੇ ਹੌਲੀ ਹੌਲੀ ਆਪਾਂ ਸਾਰੇ ਜਾਣੇ ਇਕੱਠੇ ਹੋਏ, ਇੱਕ ਵੱਡਾ ਪਰਿਵਾਰ ਬਣਿਆ ਤੇ ਹੌਲੀ ਹੌਲੀ ਆਪਣੀ ਜਿਹੜੀ ਕਵਰੇਜ ਆ ਉਹ ਪੂਰੇ ਮੁਲਕ ਭਰ ਦੇ ਵਿੱਚ ਫੈਲੀ। ਹੁਣ ਕੈਲੀਫੋਰਨੀਆ ਦੇ ਵਿੱਚ ਆਪਣੇ ਜਿਹੜੇ ਆ ਦਰਜਨ ਤੋਂ ਵੱਧ ਜਿਹੜੇ ਰੇਡੀਓ ਸਟੇਸ਼ਨ, 14-15 ਰੇਡੀਓ ਸਟੇਸ਼ਨ ਜਿਹੜੇ ਆਪਾਂ ਗੱਡੀਆਂ 'ਚ, ਘਰਾਂ 'ਚ, ਇੰਟਰਨੈਟ ਦੇ ਉੱਤੇ, ਵੈਬਸਾਈਟ ਦੇ ਉੱਤੇ ਸਾਰੇ ਪਾਸੇ ਜਿਹੜਾ ਸੁਣਦੇ ਆ। ਤੇ ਬਹੁਤ ਜ਼ਿਆਦਾ ਪਿਆਰ ਸਾਨੂੰ ਆਪਾਂ ਨੂੰ ਸੰਗਤਾਂ ਦਾ ਜਿਹੜਾ ਮਿਲਿਆ ਆ, ਆਪਣੇ ਸਰੋਤਿਆਂ ਦਾ, ਦਰਸ਼ਕਾਂ ਦਾ ਜਿਹੜਾ ਮਿਲਿਆ ਆ। ਤੁਸੀਂ ਅੱਜ ਉਚੇਚੇ ਤੌਰ ਦੇ ਉੱਤੇ ਇੱਥੇ ਪਹੁੰਚੇ ਆ, ਸਾਰਿਆਂ ਦਾ ਧੰਨਵਾਦ ਕਰਦੇ ਆ। ਦੂਰੋਂ ਨੇੜਿਓਂ ਆਏ ਆ, ਕੋਈ 2-2, 3-3 ਘੰਟੇ ਦੀ ਡਰਾਈਵ ਕਰਕੇ ਤੁਸੀਂ ਸਾਰੇ ਜਣੇ ਪਹੁੰਚੇ ਆ। ਸੋ ਉਸ ਦੇ ਲਈ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਆ। ਤੇ ਇਸ ਤੋਂ ਪਹਿਲਾਂ ਆਪਾਂ ਹੋਰ ਗੱਲਬਾਤ ਕਰੀਏ। ਪੰਜਾਬੀ ਰੇਡੀਓ ਯੂਐਸਏ ਦਾ ਇੱਕ ਮਿਸ਼ਨ ਸੀਗਾ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ ਵੀ ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ, ਪੰਜਾਬੀਅਤ ਦੀ, ਪੰਜਾਬ ਦੀ ਗੱਲ ਕਰਨੀ, ਇੱਥੇ ਜਿਹੜੇ ਵੱਸਦਾ ਭਾਈਚਾਰਾ ਆ ਉਹ ਆਪਣੀਆਂ ਗੱਲਾਂ, ਆਪਣੇ ਜਿਹੜੇ ਵਿਚਾਰ ਆ ਇੱਕ ਦੂਜੇ ਦੇ ਨਾਲ ਸਾਂਝੇ ਕਰ ਸਕਣ। ਸੋ ਇਹ ਜਿਹੜਾ ਉਦਮ ਆ, ਹਰਜੋਤ ਸਿੰਘ ਖਾਲਸਾ ਜੀ, ਬਲਵਿੰਦਰ ਕੌਰ ਭੈਣ ਜੀ, ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਉਹ ਸ਼ੁਰੂਆਤ ਕੀਤੀ। ਫਿਰ ਹੌਲੀ ਹੌਲੀ ਰਲਦੇ ਗਏ। ਹਰਵਿੰਦਰ ਸਿੰਘ ਕੰਗ ਪਹਿਲੇ ਜਿਹੜੇ ਆ ਫਾਊਂਡਰ ਮੈਂਬਰਸ ਦੇ ਵਿੱਚੋਂ ਇੱਕ, ਫਿਰ ਉਸ ਤੋਂ ਬਾਅਦ 'ਚ ਮੈਂ ਜੁੜਿਆ, ਰਾਣੀ ਭੈਣ ਜੀ, ਸੁਮਿੰਦਰ ਜੀ, ਜਗਤਾਰ ਗਿੱਲ ਭਾਜੀ, ਆਪਣੇ ਜਿੰਨੇ ਵੀ ਸਾਰੇ ਜਣੇ ਇਸ ਟਾਈਮ ਇੱਥੇ ਮਿਲ ਰਹੇ ਆ, ਜੇ ਟੇਰਕੀਆਣਾ ਭਾਜੀ, ਜਗਮੋਹਨ, ਸਾਰੇ ਜਣੇ ਜਿਹੜੇ ਉਹ ਆ ਕੇ ਮਿਲੇ, ਜੀਤ, ਪ੍ਰਵੀਨ, ਸਾਰੇ ਜਣੇ ਆਏ। ਸੋ ਇਹ ਵਧੀਆ ਲੱਗਾ। ਇਉਂ ਟੀਮ ਜਿਹੜੀ ਉਹ ਵਿਸ਼ਾਲ ਹੁੰਦੀ ਗਈ, ਵੱਧਦੀ ਗਈ ਤੇ ਹੁਣ ਜਿਹੜਾ ਪੰਜਾਬੀ ਰੇਡੀਓ ਯੂਐਸਏ ਆ ਉਹ ਇਸ ਟਾਈਮ ਦੁਨੀਆ ਦੇ ਵਿੱਚ ਬਹੁਤ ਵੱਧ ਸੁਣਿਆ ਜਾਣ ਵਾਲਾ, ਉਹਦੇ ਉੱਤੇ ਜਿਹੜੀ ਉਹ ਨਜ਼ਰ ਰਹਿੰਦੀ ਆ ਵੀ ਕਿਹੜੀ ਜਿਹੜੀ ਸੱਚੀ ਗੱਲ ਹੁੰਦੀ ਆ। ਸੋ ਮੈਂ ਪਹਿਲਾਂ ਵੀ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਵੀ ਸਨਮਾਨ ਵੀ ਕਰਨਾ ਆ, ਥੈਂਕ ਯੂ ਵੀ ਕਰਨਾ, ਐਪਰੀਸ਼ੀਏਟ ਵੀ ਕਰਨਾ ਹੈ ਸਾਰਿਆਂ ਦਾ, ਜਿਹੜੀ ਟੀਮ ਜਿਹੜੀ ਆ ਇਹਦੇ ਕਰਕੇ ਇੱਥੇ ਪਹੁੰਚੇ ਆ। ਸੋ ਮੈਂ ਬੇਨਤੀ ਕਰਦਾ ਆ ਹਰਜੋਤ ਸਿੰਘ ਖਾਲਸਾ ਜੀ, ਬਲਵਿੰਦਰ ਜੀ ਨੂੰ ਵੀ ਕੁਝ ਸ਼ਬਦ ਆ ਕੇ ਪਹਿਲਾਂ ਸ਼ੇਅਰ ਕਰਨ। ਪੰਜਾਬੀ ਰੇਡੀਓ ਯੂਐਸਏ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 13 ਵਰੇ ਜਿਹੜੇ ਆ ਉਹ ਹੋ ਚੁੱਕੇ ਆ। ਕੁਝ ਲਫ਼ਜ਼ ਜਿਹੜੇ ਆ ਕੇ ਸ਼ੇਅਰ ਕਰਨ, ਫਿਰ ਆਪਾਂ ਵਾਰੀ ਸਿਰ ਸਾਰਿਆਂ ਨੂੰ, ਸਾਰੇ ਇੰਪਲੋਈਜ਼ ਨੂੰ, ਸਾਰੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਵੀ ਵਿਚਾਰ ਜਿਹੜੇ ਸੁਣਾਂਗੇ, ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕਰਾਂਗੇ। ਹਰਜੋਤ ਸਿੰਘ ਜੀ, ਬਲਵਿੰਦਰ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਵੈਸੇ ਪਹਿਲੀ ਵਾਰੀ ਲੱਗੀ ਹਾਂ ਬੋਲਣ ਇੱਥੇ ਕਿ ਜਿੰਨੇ ਵੀ ਆਪਾਂ ਇੱਥੇ ਅੱਜ ਇਕੱਠੇ ਹੋਏ ਆ ਨਾ, ਸਾਰਿਆਂ ਦੇ ਵਿੱਚ ਬਹੁਤ ਟੈਲੈਂਟ ਆ, ਟੈਲੈਂਟਡ ਪੀਪਲ ਇੱਥੇ ਬੈਠੇ ਆ। ਅੱਜ ਦੇ ਦਿਨ ਵਿੱਚ ਆਪਾਂ ਦੇਖੀਏ, ਦੁਨੀਆ ਦੇ ਵਿੱਚ ਸਭ ਤੋਂ ਪਾਵਰਫੁਲ ਮੀਡੀਆ ਹੈ ਜਿੱਥੇ ਤੁਸੀਂ ਕੰਮ ਕਰਦੇ। ਤੁਹਾਡਾ ਸਾਰਿਆਂ ਦਾ ਇਹ ਮੀਡੀਆ ਆ, ਤੁਸੀਂ ਸਾਰਿਆਂ ਨੇ ਇਸ ਨੂੰ ਚਲਾਇਆ, ਤੁਹਾਡਾ ਬਹੁਤ ਯੋਗਦਾਨ ਆ। ਜਿੰਨੇ ਵੀ ਤੁਸੀਂ ਟਾਕ ਸ਼ੋ ਕਰਦੇ ਆ, ਜਾਂ ਤੁਸੀਂ ਐਂਟਰਟੇਨਮੈਂਟ ਕਰਦੇ ਆ, ਜਾਂ ਤੁਸੀਂ ਹੋਰ ਇਨਫੋਰਮੇਸ਼ਨ ਦਿੰਦੇ ਆ, ਵਿੱਚ ਇਮੀਗ੍ਰੇਸ਼ਨ ਦੀ ਆ ਜਾਂ ਟਰੱਕਿੰਗ ਦੀ ਆ, ਕੋਈ ਵੀ ਇਨਫੋਰਮੇਸ਼ਨ ਤੁਸੀਂ ਦਿੰਦੇ ਆ ਨਾ, ਉਹ ਬਹੁਤ ਯੂਜ਼ਫੁਲ ਆ ਲੋਕਾਂ ਦੇ ਲਈ। ਤੇ ਸਾਡਾ ਮਕਸਦ ਵੀ ਇਹੀ ਸੀਗਾ ਕਿ ਆਪਾਂ ਰੇਡੀਓ ਨੂੰ ਜਿਹੜੇ ਚਲਾਉਣਾ ਆ ਉਹ ਲੋਕਾਂ ਲਈ ਹੋਊਗਾ। ਲੋਕਾਂ ਦਾ ਪਿਆਰ ਆ ਉਹ ਸਾਨੂੰ ਮਿਲਦਾ ਆ,
ਜਿੰਨੇ ਵੀ ਤੁਸੀਂ ਬੋਲਦੇ ਆ ਲੋਕਾਂ ਨੇ ਤੁਹਾਨੂੰ ਅਸੈਪਟ ਕੀਤਾ ਆ ਤੇ ਲੋਕ ਤੁਹਾਨੂੰ ਖੜ ਕੇ ਸੁਣਦੇ ਵੀ ਆ ਇਸ ਚੀਜ਼ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਇੱਥੇ ਆਏ ਵੀ ਆ ਅੱਜ ਤੇ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਰੇਡੀਓ ਦੇ ਨਾਲ, ਤੁਹਾਡਾ ਪਰਿਵਾਰ ਆ, ਤੁਸੀਂ ਇਸ ਨੂੰ ਸਪੈਂਡ ਕਰਦੇ ਆ, ਤੁਸੀਂ ਮਿਹਨਤ ਕਰਦੇ ਆ। ਸੋ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ 25ਵੀਂ ਵਰ੍ਹੇਗੰਢ ਵੀ ਆਪਾਂ ਇਸ ਤਰ੍ਹਾਂ ਇਕੱਠੀ ਮਨਾਵਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ, ਸਾਰੇ ਪਰਿਵਾਰਾਂ ਸਮੇਤ ਆਏ, ਬਹੁਤ ਬਹੁਤ ਧੰਨਵਾਦ। ਤੇ 13 ਸਾਲ ਹੋ ਜਾਣੇ ਆ ਜੁਲਾਈ ਮਹੀਨੇ 'ਚ ਆਪਾਂ ਨੂੰ ਪੰਜਾਬੀ ਰੇਡੀਓ USA ਸ਼ੁਰੂ ਕੀਤਿਆਂ ਨੂੰ। ਤੇ ਆਪਾਂ 2-3 ਸਾਲ ਤੋਂ ਟਰਾਈ ਕਰਦੇ ਸੀ ਆਪਾਂ ਇਕੱਠੇ ਹੋਈਏ ਸਾਰੇ ਪਰਿਵਾਰ ਜਿਹੜੇ, ਕਿਉਂਕਿ ਆਪਾਂ ਸਾਰੇ ਟੀਮ ਮੈਂਬਰ ਆ, ਕੋਈ EMPLOYE ਨਹੀਂ, ਕੋਈ ਕੁਛ ਨਹੀਂ, ਹੈ ਨਾ, ਸਾਰੇ ਰਲ ਕੇ ਕੰਮ ਕਰਦੇ ਆ। ਸੋ ਪਰ ਅਨਫੋਰਚੂਨੇਟਲੀ ਕਰੋਨਾ ਸੀ, ਇਕੱਠੇ ਨਹੀਂ ਹੋ ਸਕੇ। ਤੇ ਹੁਣ ਕੁਦਰਤੀ ਫਿਰ ਨਗਰ ਕੀਰਤਨ ਬਹੁਤ ਸੀ ਪਿਛਲੇ 4-5 ਮਹੀਨਿਆਂ 'ਚ, ਤਾਂ ਬਿਜੀ ਰਹੇ। ਸੋ ਕੁਦਰਤੀ ਹੁਣ ਅੱਜ ਸਾਨੂੰ ਮੌਕਾ ਮਿਲਿਆ ਇਕੱਠੇ ਹੋਣ ਦਾ। ਸੋ ਸਾਰਿਆਂ ਦਾ ਧੰਨਵਾਦ। ਸੋ ਸਾਰੇ ਜੋ ਲੰਮੇ ਸਮੇਂ ਤੋਂ ਜੁੜੇ ਹੋਏ ਹੈਗੇ ਆ, ਤੇ ਥੋੜੀ ਜਿਹੀ ਐਪਰੀਸ਼ੀਏਸ਼ਨ ਆਪਾਂ ਸਾਰਿਆਂ ਨੇ ਆਪਣੀ ਟੀਮ ਵੱਲੋਂ ਕਰਨੀ ਆ, ਤਾਂ ਕਰਕੇ ਆਪਾਂ ਸਾਰੇ ਇਕੱਠੇ ਹੋਏ ਹੈਗੇ ਆ। ਸੋ ਹੁਣ ਰਾਜਕਨਵੀਰ ਸਿੰਘ ਜੀ ਪਹਿਲੇ ਦਿਨ ਤੋਂ ਜੁੜੇ ਹੋ ਆ, ਸੋ ਉਹ ਕੁਝ ਸ਼ਬਦ ਕਹਿਣਗੇ। ਉਦੋਂ ਦੇ ਸ਼ਬਦ ਹੀ ਕਹਿ ਰਹੇ ਆਪਾਂ ਪਹਿਲੇ ਦਿਨ ਤੋਂ ਹੀ। ਸੋ ਹਾਂ, ਸਭ ਤੋਂ ਪਹਿਲਾਂ ਤਾਂ ਧੰਨਵਾਦ ਦਿਲਪ੍ਰੀਤ ਸਿੰਘ ਖਾਲਸਾ ਦਾ, ਜਿਨ੍ਹਾਂ ਨੇ ਸਾਰਾ ਅਰੇਂਜ ਕੀਤਾ। ਦਿਨ ਜ਼ਰੂਰ ਮਿੱਥਿਆ ਗਿਆ ਸੀ ਆਪਣੇ ਕੋਲ ਵੀ ਆਹ ਤਰੀਕ ਨੂੰ ਆਪਾਂ ਕਰਨਾ ਹੈ, ਪਰ ਪੂਰੀ ਮੈਨੇਜ ਉਸਨੇ ਕੀਤਾ ਹੈ। ਸੋ ਦਿਲਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਉਹਦੇ ਲਈ, ਤਾੜੀਆਂ ਇੱਕ ਵਾਰੀ ਜ਼ੋਰਦਾਰ। ਨਾਲੇ ਇਕੱਲਾ ਇਹੀ ਨਹੀਂ, ਮੁੰਡੇ ਦਾ ਜਨਮ ਦਿਨ ਵੀ ਆ, ਸੋ ਆਪਾਂ ਬਹੁਤ ਬਹੁਤ ਮੁਬਾਰਕਾਂ ਵੀ ਜਨਮ ਦਿਨ ਦੀਆਂ। ਤੇ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ। ਸੋ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਵਿੰਦਰ ਕੌਰ ਜੀ ਨੂੰ ਵੀ ਆਉਣ, ਸਾਡੇ ਸੀਨੀਅਰ ਮੋਸਟ ਮੈਂਬਰਸ ਨੇ, ਤੇ ਅਸੀਂ ਉਹਨਾਂ ਤੋਂ ਜਿਹੜੀ ਉਹ ਸ਼ੁਰੂਆਤ ਕਰਨਾ ਚਾਹਾਂਗੇ ਵੀ ਉਹਨਾਂ ਦਾ ਅਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ। ਤਾੜੀਆਂ ਜੀ, ਆ ਜਾਓ ਆਂਟੀ। ਸੋ ਸੁਵਿੰਦਰ ਕੌਰ ਜੀ ਆਪਣੇ ਨਾਲ ਇਤਿਹਾਸ ਦੇ ਝਰੋਖੇ 'ਚੋਂ ਪ੍ਰੋਗਰਾਮ ਜਿਹੜਾ ਸਿੱਖ ਕੌਮ ਦਾ, ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਤੇ ਜੇ ਤੁਸੀਂ ਕੋਈ ਸ਼ਬਦ ਸ਼ੇਅਰ ਕਰਨਾ ਚਾਹੁੰਦੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਕੁਝ ਨਹੀਂ ਕਹਿਣਾ, ਪਰ ਦੋ ਗੱਲਾਂ ਕਹਿਣੀਆਂ। ਇੱਕ ਗਾਣਾ ਚੱਲਦਾ ਹੁੰਦਾ ਸੀ ਨਾ, ਬੁਲਟ ਤੇ ਰੱਖਿਆ ਪਟਾਕੇ ਪਾਉਣ ਲਈ। ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਨਾ, ਇਹ ਸਿਰਫ ਪਟਾਕੇ ਪਾਉਣ ਲਈ ਆ। ਕਿਉਂਕਿ ਨਾ ਤਾਂ ਮੈਂ ਉਹਦੇ 'ਚ ਸਿੱਖ ਇਤਿਹਾਸ 'ਚ ਕੁਝ ਬਦਲ ਸਕਦੀ ਹਾਂ, ਤੇ ਨਾ ਆਪਣੇ ਕੋਲੋਂ ਕੁਝ ਐਡ ਕਰ ਸਕਦੀ ਹਾਂ। ਪਰ ਜਿਹੜੇ ਮੇਰੇ ਲਿਸਨਰਸ ਆ ਨਾ, ਕਈ ਵਾਰੀ ਬਲਵਿੰਦਰ ਭੈਣ ਜੀ ਨੂੰ ਉਹ ਸਾਂਭਣੇ ਔਖੇ ਹੋ ਜਾਂਦੇ ਆ। ਸੋ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਆ ਕਿ ਮੈਨੂੰ ਚੇਂਜ ਕਰ ਦੇਣਾ ਚਾਹੀਦਾ, ਮੈਨੂੰ ਕੁਝ ਹੋਰ ਹੁਣ ਦੇ ਦੇਣਾ ਚਾਹੀਦਾ ਹੈ। ਪਰ ਇੱਕ ਗੱਲ ਆ, ਮੈਂ ਸਿੱਖਿਆ ਬਹੁਤ ਕੁਛ ਆ। ਇਸ ਪ੍ਰੋਗਰਾਮ ਨੇ ਮੈਨੂੰ ਪੜ੍ਹਨ ਲਾਤਾ ਆ, ਔਰ ਮੇਰਾ ਕਮਰਾ ਇੱਕ ਮਿੰਨੀ ਲਾਇਬ੍ਰੇਰੀ ਬਣ ਗਿਆ। ਸੋ ਥੈਂਕ ਯੂ ਵੈਰੀ ਮਚ ਪੰਜਾਬੀ ਰੇਡੀਓ USA। ਜਿੰਨੀ ਦੇਰ ਤੱਕ ਸਾਡੇ ਕੋਲ ਹਿੰਮਤ ਹੋਊਗੀ ਆਪਾਂ ਕਰਦੇ ਰਹਾਂਗੇ। ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਮੈਂ ਬੇਨਤੀ ਕਰੂੰਗਾ ਜਗਤਾਰ ਗਿੱਲ ਜੀ ਨੂੰ ਵੀ ਉਹ ਆਪਣੇ ਨਾਲ ਆਉਣ। ਇਹ ਪੁਰਾਣੇ ਤੋਂ ਨਵੇਂ ਗਾਇਕਾਂ ਦੇ ਜੀਵਨੀ ਦੇ ਨਾਲ ਨਾਲ ਉਹਨਾਂ ਦੇ ਗੀਤਾਂ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ। ਸੋ ਜਗਤਾਰ ਗਿੱਲ ਜੀ, ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਹਾਂ। ਪਿਛਲੇ ਕੁਝ ਸਾਲਾਂ ਤੋਂ ਆਪਣੇ ਨਾਲ ਇਹ ਜੁੜੇ ਹੋਏ ਆ, ਤੇ ਥੈਂਕ ਯੂ ਜਗਤਾਰ ਗਿੱਲ ਜੀ। 7 years already। ਹਾਂਜੀ, ਤੇ ਜ਼ਰੂਰ ਬੋਲੀਏ ਤਾਂ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਚੰਗਾ ਲੱਗਾ, ਪੁਰਾਣੇ ਦੋਸਤ ਅੱਜ ਬਹੁਤ ਦੇਰ ਬਾਅਦ ਮਿਲੇ ਆ। ਜਗਮੋਹਨ ਹੁਣੀ, ਤੁਸੀਂ ਸਾਰੇ, ਚੰਗਾ ਲੱਗਾ। ਸਾਡੀ ਟੀਮ ਏਡੀ ਵੱਡੀ ਹੈ, ਕਈਆਂ ਨੂੰ ਤਾਂ ਅੱਜ ਪਹਿਲੀ ਵਾਰ ਮਿਲੇ ਆ। ਤੇ ਬਾਕੀ ਰੇਡੀਓ ਦਾ ਤਾਂ ਆਪਾਂ ਨੂੰ ਹੁਣ ਪਤਾ ਹੀ ਹੈ ਵੀ ਭਾਜੀ ਨੂੰ ਮੈਂ ਕਹਿੰਦਾ ਸਾਨੂੰ ਹੁਣ ਦੱਸਣਾ ਪੈਂਦਾ 1170 ਫਲਾਣਾ 70 ਬਹੁਤ ਹੋ ਗਏ, 10-11 ਹੋ ਗਏ, ਬਸ ਹੋਰ ਨਾ ਲਿਓ ਰੇਡੀਓ। ਨਹੀਂ ਹੱਸਦੇ, ਉਹਦਾ ਹਾਸੇ ਵਾਲੀ ਗੱਲਬਾਤ ਆਪਣਾ। ਤੇ ਬਾਕੀ ਰੇਡੀਓ ਨੂੰ ਤਾਂ ਸਾਡੇ ਤੋਂ ਜਿਹੜਾ ਫਾਇਦਾ ਹੋਣਾ ਪਤਾ ਨਹੀਂ ਕਿੰਨਾ ਹੋਇਆ, ਪਰ ਸਾਨੂੰ ਰੇਡੀਓ ਤੋਂ ਬਹੁਤ ਫਾਇਦਾ ਹੋਇਆ।
ਚਾਰੇ ਪਾਸੇ ਮਿੱਤਰਾਂ ਦਾ ਨਾਂ ਚੱਲਦਾ, ਕਿਤੇ ਜਾਈਏ ਲੋਕ ਪੁੱਛਦੇ ਕਹਿੰਦੇ ਯਾਰ ਤੂੰ ਉਹੀ ਹੈ ਜਿਹੜਾ ਰੇਡੀਓ ਵਾਲਾ। ਮੈਂ ਕਿਹਾ ਜੀ ਉਹੀ ਹੈ। ਤੇ ਇਸ ਕਰਕੇ ਰੇਡੀਓ ਦੇ ਨਾਲ ਨਾਲ ਸਾਡੀ ਵੀ ਟੌਰ ਬਣ ਗਈ। ਸੋ ਇੱਕ ਅਦਾਰਾ ਹੈ, ਅਦਾਰਾ ਸੋਰਸ ਸਾਨੂੰ ਮਿਲਿਆ ਹੋਇਆ, ਤੇ ਜੁਲਾਈ 'ਚ ਮੈਨੂੰ 7 ਸਾਲ ਹੋ ਜਾਣੇ ਪ੍ਰੋਗਰਾਮ ਦੇ ਨਾਲ। ਖੁਸ਼ੀ ਦੀ ਗੱਲ ਇਹ ਹੈ ਵੀ 7 ਸਾਲਾਂ ਦੇ ਵਿੱਚ ਕੋਈ ਵੀ ਮੇਰੀ ਕੰਪਲੇਂਟ ਨਹੀਂ ਆਈ ਤੇ ਕੋਈ ਮੇਰੇ ਨਾਲ ਲੜਿਆ ਨਹੀਂਗਾ। ਇਹ ਵੱਡੀ ਗੱਲ ਹੁੰਦੀ ਹੈ। ਨਹੀਂ ਤਾਂ ਰੇਡੀਓ ਤੇ ਤੁਹਾਨੂੰ ਕੰਪਲੇਂਟਸ ਵੀ ਕਰੀ ਜਾਂਦੇ, ਤੁਹਾਨੂੰ ਮੈਸੇਜ ਵੀ ਜਾਂਦੇ ਹੈਗੇ ਆ, ਜਾਂ ਭਾਜੀ ਹੁਣਾਂ ਕੋਲ ਸ਼ਿਕਾਇਤਾਂ ਕਰਨਗੇ। ਲੱਕੀਲੀ ਮੈਂ ਕੋਈ ਇਹੋ ਜਿਹਾ ਗਾਣਾ ਹੀ ਨਹੀਂ ਪਲੇ ਕੀਤਾ ਤੇ ਐਪਰੀਸ਼ੀਏਟ ਮੈਨੂੰ ਸਾਰੇ ਕਰਦੇ। ਭਾਜੀ ਹੁਣੀ ਅੱਜ ਦੱਸ ਰਹੇ ਸੀ ਆਉਂਦੇ ਤੇ ਪ੍ਰੋਗਰਾਮ, ਰੂਹ ਖੁਸ਼ ਹੋ ਜਾਂਦੀ ਜਦੋਂ ਸਾਨੂੰ ਕੋਈ ਐਪਰੀਸ਼ੀਏਟ ਕਰਦਾ ਹੈ। ਤੇ ਸਾਡੇ ਕੋਲ ਹੋਰ ਖੁਸ਼ਖਬਰੀ ਹੈ, ਸਾਡੇ ਕੋਲ ਜਿਹੜੇ ਨਰਿੰਦਰ ਬੀਬਾ ਭੈਣ ਜੀ ਉਹ ਤਾਂ ਚਲੇ ਗਏ, ਸਾਡੇ ਕੋਲ ਨਰਿੰਦਰ ਬੀਬਾ ਭੈਣ ਜੀ ਹੈਗੇ ਇੱਧਰ ਇੱਕ ਹੋਰ। ਇਹਨਾਂ ਨੂੰ ਜਦੋਂ ਜੀ ਕਹੀਦਾ ਸਿਫਾਰਿਸ਼ ਕਰ ਲਈਦੀ ਆ। ਹੁਣ ਤਾਂ ਭਾਜੀ ਤੋਂ ਕਰਵਾ ਦਿਆ ਕਰਨੀ, ਭਾਜੀ ਕਰਿਓ ਕਾਲ ਇੱਧਰੋਂ, ਠੀਕ ਹੈ। ਬਸ ਇਹ ਨਹੀਂ, ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ। ਥੈਂਕ ਯੂ ਸਰ। ਇਹ ਸਨ ਜਗਤਾਰ ਗਿੱਲ ਜੀ। ਤੇ ਅਗਲੀ ਬੇਨਤੀ ਨਰਿੰਦਰ ਬੀਬਾ ਹੁਣਾਂ ਦਾ ਉਹਨਾਂ ਨੇ ਨਾਮ ਲਿਆ। ਤੇ ਸੋ ਜਿੱਦਾਂ ਬਹੁਤ ਹੀ ਸੋਹਣੀ ਆਵਾਜ਼ ਦੇ ਜਿਹੜੇ ਮਾਲਕ, ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕਰਦੇ ਨੇ, ਰਾਣੀ ਕਾਲੋਂ ਭੈਣ ਜੀ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਸਟੇਜ ਦੇ ਉੱਤੇ ਆਉਣ। ਥੈਂਕ ਯੂ ਜੀ ਤੇ ਬਹੁਤ ਬਹੁਤ ਧੰਨਵਾਦ। ਹਾਂ ਜੀ, ਹਾਂ ਜੀ, ਪਹਿਲੋਂ ਅਵਾਰਡ ਫਿਰ ਗਾਣਾ ਤੁਹਾਡੇ ਤੋਂ ਬਾਅਦ ਸੁਣਦੇ ਆ। ਹੁਣ ਬੇਨਤੀ ਕਰਦੇ ਆ ਰਾਣੀ ਭੈਣ ਜੀ ਕੁਝ ਗੱਲਾਂ ਵੀ ਕਰਨਗੇ, ਤੇ ਜੇ ਕੁਝ ਸੁਣਾਉਣ ਦਾ ਵੀ ਮਨ ਆ ਤੇ ਉਹ ਵੀ ਸੁਣਾ ਸਕਦੇ। ਜ਼ਰੂਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਭ ਤੋਂ ਪਹਿਲਾਂ ਵਧਾਈ ਦਿੰਨੀ ਆ ਜੀ। ਅੱਜ ਸਾਨੂੰ 13 ਸਾਲ ਹੋ ਗਏ ਆ। ਪੰਜਾਬੀ ਰੇਡੀਓ USA, ਸੱਚ ਦੀ ਆਵਾਜ਼। ਅੱਜ ਰਾਣੀ ਕਾਲੋਂ ਦਾ ਨਾਂ ਸਾਰੇ ਵਰਲਡ ਨੂੰ ਪਤਾ ਕਿ ਰਾਣੀ ਕਾਲੋਂ ਕੌਣ ਆ। ਤੇ ਠੀਕ ਆ, ਟੈਲੈਂਟ ਹਰ ਇੱਕ ਕੋਲ ਵੱਖਰਾ ਵੱਖਰਾ ਹੁੰਦਾ ਆ, ਪਰ ਆਪਣੀ ਪਛਾਣ ਬਣਾਉਣੀ ਉਹਦੇ ਲਈ ਕੋਈ ਨਾ ਕੋਈ ਮੰਚ ਚਾਹੀਦਾ ਹੁੰਦਾ ਆ। ਇਸ ਕਰਕੇ ਪੰਜਾਬੀ ਰੇਡੀਓ USA ਨੇ ਸਾਨੂੰ ਇਦਾਂ ਦਾ ਮੰਚ ਦਿੱਤਾ ਕਿ ਸਾਰਿਆਂ ਤੱਕ ਸਾਡੀ ਆਵਾਜ਼ ਜਾ ਸਕੇ। ਤੇ ਸਾਰਿਆਂ ਨੇ ਮੈਨੂੰ ਕਿਹਾ ਕਿ 2 ਲਾਈਨਾਂ ਮੈਂ ਜ਼ਰੂਰ ਸੁਣਾਉਣੀਆਂ ਚਾਹੂੰਗੀ। ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਰੂਪ ਮੇਰੇ ਦਾ ਜੇ ਲੈਣਾ ਨਜ਼ਾਰਾ, ਰੂਪ ਮੇਰੇ ਦਾ ਜੇ ਲੈਣਾ ਨਜ਼ਾਰਾ, ਸੁਣ ਬੇ ਪਿੰਡ ਦਿਆ ਲੰਬੜਦਾਰਾ, ਸੁਣ ਬੇ ਪਿੰਡ ਦਿਆ ਲੰਬੜਦਾਰਾ, ਮੰਨ ਲੈ ਆਖਾ ਨਾ ਲਾਰਾ, ਕਹਿੰਦੀ ਏ ਹੀਰ ਸਿਆਲੀ, ਬੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ 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 ਧੰਨਵਾਦ। ਇਹ ਤਰੀਕਾ ਹੀ ਹੁੰਦਾ ਦੱਸਣ ਦਾ। ਹਾਂ, ਸੋ ਬਿਲਕੁਲ। ਸੋ ਥੈਂਕ ਯੂ ਰਾਣੀ ਕਾਲੋਂ ਜੀ ਦਾ। ਸੋ ਆਪਾਂ ਜਿੱਥੇ ਵੀ ਇਹ ਪ੍ਰੋਗਰਾਮ ਜਦੋਂ ਵੀ ਕਰਦੇ ਆ, ਜਿੱਦਾਂ ਕਿਹਾ ਵੀ ਕਈ ਲੋਕ ਫਰਮਾਇਸ਼ ਕਰਦੇ ਵਿਸ਼ੇਸ਼ ਤੌਰ ਦੇ ਉੱਤੇ ਸੁਣਨ ਲਈ, ਬਹੁਤ ਸੋਹਣੀ ਆਵਾਜ਼ ਤੇ ਬਹੁਤ ਵਧੀਆ ਵਧੀਆ ਜਿਹੜਾ ਇਹ ਚੀਜ਼ਾਂ ਆਪਣੇ ਲਈ ਪੇਸ਼ ਕਰਦੇ ਆ। ਤੇ ਹੁਣ ਮੈਂ ਅਗਲੀ ਬੇਨਤੀ ਕਰਦਾ ਆ ਸਾਡੇ ਇਮੀਗ੍ਰੇਸ਼ਨ ਦੇ ਅਟਰਨੀ, ਪੰਜਾਬੀਆਂ ਦਾ ਤੇ ਇਮੀਗ੍ਰੇਸ਼ਨ ਦਾ ਵਾਹ ਚਿਰ ਤੋਂ ਹੀ ਪਿਆ ਆ ਨਾ, ਤੇ ਆਪਾਂ ਇਮੀਗ੍ਰੇਸ਼ਨ ਦੇ ਜਿਹੜੇ ਅਟਰਨੀ ਜੇ ਟੇਰਕੀਆਣਾ ਭਾਜੀ, ਉਹਨਾਂ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਜੁੜੇ ਆ। ਸੋ ਉਹਨਾਂ ਦਾ ਐਪਰੀਸ਼ੀਏਟ ਕਰਦੇ ਆ। ਵਕੀਲ ਦੇ ਕੋਲ ਕਿਸੇ ਦੇ ਕੋਲ ਟਾਈਮ ਨਹੀਂ ਹੁੰਦਾ, ਪਰ ਵਿਸ਼ੇਸ਼ ਤੌਰ ਦੇ ਉੱਤੇ ਸੈਟਰਡੇ ਨੂੰ ਆਪਣੇ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਇਹ ਟਾਈਮ ਕੱਢਦੇ ਆ। ਸੋ ਟੇਰਕੀਆਣਾ ਭਾਜੀ ਬਹੁਤ ਬਹੁਤ ਥੈਂਕ ਯੂ, ਬੜੀ ਮਿਹਰਬਾਨੀ। ਥੈਂਕ ਯੂ ਜੀ, ਤੁਹਾਡਾ ਵੀ ਧੰਨਵਾਦ ਜੀ ਪੰਜਾਬੀ ਰੇਡੀਓ ਦਾ। ਸਭ ਤੋਂ ਪਹਿਲਾਂ ਵੀ ਸ਼ੋਅ ਦੇ ਵਿੱਚ ਵੀ ਕਈ ਵਾਰੀ ਕਿਹਾ ਕਿ ਇਹਨਾਂ ਨੇ ਇੱਕ ਬੜਾ ਨਿਊਟਰਲ ਜਿਹੜਾ ਫੋਰਮ ਦਿੱਤਾ, ਕਦੀ ਕੋਈ ਰੋਕ ਟੋਕ ਨਹੀਂ ਕੀਤੀ ਕਿ ਕੀ ਕਹਿਣਾ ਕੀ ਨਹੀਂ ਕਹਿਣਾ। ਤੇ ਜ਼ਿਆਦਾਤਰ ਇੱਦਾਂ ਹੁੰਦਾ ਸੀਗਾ ਕਿ ਸੈਟਰਡੇ ਨੂੰ ਇੱਕ ਸ਼ੌਂਕ ਹੀ ਬਣ ਗਿਆ ਕਿ ਉੱਠਣਾ ਤੇ ਸ਼ੋਅ ਦੀ ਤਿਆਰੀ ਕਰਨੀ ਤੇ ਸ਼ੋਅ ਦੇ ਵਿੱਚ ਆ ਕੇ ਬੋਲਣਾ। ਪਹਿਲਾਂ ਥੋੜਾ ਜਿਹਾ ਫਾਰਮਲ ਸੀਗਾ, ਮੁੜ ਕੇ ਤਾਂ ਇਦਾਂ ਦੀ ਗੱਲ ਬਣੀ ਕਿ ਇਦਾਂ ਲੱਗਦਾ ਕਿ ਜਾ ਕੇ ਬਸ ਗੱਲਾਂ ਬਾਤਾਂ ਹੀ ਕਰਨੀਆਂ ਇੱਕ। ਬਿਲਕੁਲ ਸਹੀ ਗੱਲ ਹੈ। ਤੇ ਲੋਕੀ ਵੀ ਜਿਹੜੇ ਆਪਣੇ ਨਾਲ ਰੂਟੀਨ ਦੇ ਵਿੱਚ ਜੁੜਨੇ ਸ਼ੁਰੂ ਹੋ ਗਏ। ਹਾਂਜੀ। ਤੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਪੰਜਾਬੀ ਰੇਡੀਓ ਦਾ ਕਿ ਜਿਹੜਾ ਨਿਊਟਰਲ ਚੈਨਲ ਇਹਨਾਂ ਦਾ, ਕਦੀ ਅੱਜ ਤੱਕ ਕੁਛ ਨਹੀਂ ਕਿਹਾ ਕਿ ਭਾਵੇਂ ਟਰੰਪ ਦੇ ਬਾਰੇ ਬੋਲਣਾ, ਭਾਵੇਂ ਬਾਈਡਨ ਦੇ ਬਾਰੇ ਬੋਲਣਾ, ਭਾਵੇਂ ਦੋਨਾਂ ਨੂੰ ਹੀ ਭੇਲ ਦਿਓ, ਭਾਵੇਂ ਇਕੱਠਾ, ਕੋਈ ਰਿਸਟ੍ਰਿਕਸ਼ਨ ਨਹੀਂ। ਤੇ ਜਿੱਦਾਂ ਭਾਜੀ ਨੇ ਕਿਹਾ ਕਿ ਕੋਈ ਲਾਮਾ ਨਹੀਂ ਆਇਆ, ਲਾਮੇ ਵੀ ਬੜੇ ਆਏ, ਉਹ ਵੀ ਨਹੀਂ ਭਾਜੀ ਹੁਣਾਂ ਨੇ ਪਰਵਾਹ ਕੀਤੀ। ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ।
ਤੇ ਇਹਨਾਂ ਨੇ ਵੀ ਸਮਝਿਆ ਕਿ ਲਾਇਰ ਦੀਆਂ ਵੀ ਆਪਣੀਆਂ ਮਜਬੂਰੀਆਂ ਹੁੰਦੀਆਂ, ਪ੍ਰੋਬਲਮਸ ਹੁੰਦੀਆਂ। ਐਂਡ ਆਫ ਦਾ ਡੇ ਇਹ ਆ ਕਿ ਮੀਡੀਆ 'ਚ ਆ ਕੇ ਬੋਲਣਾ ਉਹ ਇੱਕ ਚੀਜ਼ ਆ, ਤੁਹਾਡਾ ਉਹ ਇੱਕ ਪੱਖ ਆ, ਬੋਲਣ ਵਾਲੇ ਬਥੇਰੇ ਹੈਗੇ ਆ, ਪਰ ਦੂਜੀ ਚੀਜ਼ ਇਹ ਆ ਕਿ ਤੁਹਾਨੂੰ ਫਿਰ ਡਿਲੀਵਰੀ ਪਰਫਾਰਮੈਂਸ ਉਹ ਵੀ ਕਰਨੀ ਪੈਂਦੀ ਆ, ਤੇ ਇੰਨਾ ਕਈ ਵਾਰੀ ਸੌਖਾ ਕੰਮ ਨਹੀਂ ਹੁੰਦਾ। ਕਾਫੀ ਭਾਜੀ ਉਹਨਾਂ ਨੇ ਕਿਹਾ ਕਿ ਕਲਾਇੰਟ ਜਿਹੜੇ ਜਿੱਦਾਂ ਭਾਜੀ ਹੁਣੀ ਕਹਿ ਕੇ ਗਏ ਕਿ ਸਾਡੇ ਤੋਂ ਤਾਂ ਪਤਾ ਨਹੀਂ ਰੇਡੀਓ ਵਾਲਿਆਂ ਨੂੰ ਕੀ ਫਾਇਦਾ ਹੋਇਆ, ਤੇ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਥੈਂਕ ਯੂ। ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੇ ਤੁਹਾਡੇ ਬਿਨਾ ਅੱਜ ਤੱਕ ਇੱਥੇ ਨਹੀਂ ਪਹੁੰਚ ਸਕਦੇ ਸੀਗੇ। ਤੇ ਕਾਫੀ ਲਾਇਰ ਕਾਫੀ ਨੇ ਤੇ ਚੈਨਲ ਵੀ ਬਥੇਰੇ ਨੇ, ਪਰ ਪੰਜਾਬੀ ਰੇਡੀਓ ਇੱਕੋ ਹੀ ਆ। ਸੋ ਧੰਨਵਾਦ ਪਹਿਲਾਂ ਦਾ ਟਾਈਮ ਦੇਣ ਲਈ। ਸੋ ਇਹ ਦਿਲੋਂ ਗੱਲ ਆ ਕਿ ਜੇ ਇਹ ਮੰਚ ਨਹੀਂ ਮਿਲਦਾ ਤੇ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦਾ ਸੀਗਾ। ਸੋ ਧੰਨਵਾਦ ਸਾਰਿਆਂ ਦਾ ਤੇ ਤੁਹਾਡਾ ਸਾਰਿਆਂ ਨੂੰ ਜੁੜਨ ਦਾ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਸੋ ਕੋਈ ਵੀ ਨਾ ਇਮੀਗ੍ਰੇਸ਼ਨ ਦਾ ਜਾਂ ਕੋਈ ਵੀ ਵਕੀਲ ਹੁੰਦਾ, ਉਹਦੇ ਨਾਲ ਕੋਈ ਬੰਦਾ ਸਿੱਧਾ ਗੱਲ ਨਹੀਂ ਕਰਦਾ, ਅਸੀਂ ਭਾਈ ਨੂੰ ਸਲਾਹ ਵੀ ਦੇ ਦਿੰਦੇ ਆ, ਨਹੀਂ ਇਦਾਂ ਨਹੀਂ, ਇਦਾਂ ਕਰ ਲਿਆ ਕਰੋ, ਤੇ ਉਹ ਬਿਲਕੁਲ ਨਹੀਂ ਮਾਈਂਡ ਕਰਦੇ, ਵੱਡੇ ਭਰਾ ਵਾਂਗੂ ਉਹ ਟਰੀਟ ਕਰਦੇ ਨੇ। ਸੋ ਬਹੁਤ ਵਧੀਆ ਜਿਹੜਾ ਲੱਗਾ। ਤੇ ਹੁਣ ਅਗਲੀ ਜਿਹੜੇ ਮੈਂ ਬੇਨਤੀ ਕਰੂੰਗਾ ਵੀ ਸ਼ੁਰੂਆਤ ਤੋਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹਰਵਿੰਦਰ ਕੰਗ ਹੁਣਾਂ ਨੂੰ, ਜਦੋਂ ਪੰਜਾਬੀ ਰੇਡੀਓ USA 2010 ਦੇ ਵਿੱਚ ਸ਼ੁਰੂ ਹੋਇਆ, ਸੀਡੀਆਂ ਬਣਾਉਣ ਦੇ ਹੁੰਦੇ ਸੀ, ਉਦੋਂ ਨਾ ਜ਼ਮਾਨਾ ਹੋਰ ਤਰ੍ਹਾਂ ਦਾ ਸੀਗਾ, ਸੀਡੀਆਂ ਬਣਾ ਕੇ ਗਾਣੇ ਭਰ ਕੇ ਉਹ ਚਲਾਉਣੇ, ਤੇ ਹੁਣ ਤਾਂ ਬਹੁਤ ਫਰਕ ਹੋ ਗਿਆ। ਤੇ ਆਪਾਂ ਬੇਨਤੀ ਕਰਦੇ ਹਾਂ ਹਰਵਿੰਦਰ ਕੰਗ ਹੁਣਾਂ ਦੇ ਨਾਲ, ਘੰਟੇ ਬਾਅਦ ਖਬਰਾਂ ਪੜ੍ਹਦੇ ਹੁੰਦੇ ਸੀ, ਉਦੋਂ ਖਬਰਾਂ ਮੁੱਕ ਜਾਂਦੀਆਂ ਸੀ, ਕੀ ਕਰਨਾ ਕੀ ਨਹੀਂ ਕਰਨਾ। ਤੇ ਕੰਗ ਬਹੁਤ ਬਹੁਤ ਹਾਂਜੀ, ਸਭ ਦਾ ਇੱਥੇ ਜੀ ਆਇਆਂ ਨੂੰ। ਮੈਂ ਨਾ ਇੱਕ ਚੀਜ਼ ਇੱਥੇ ਯੂਨੀਕ ਸਾਰਿਆਂ ਨਾਲ ਸ਼ੇਅਰ ਕਰਨੀ ਆ ਕਿ 2 ਮਿੰਟ ਵਾਸਤੇ, ਕਿ ਪੰਜਾਬੀ ਰੇਡੀਓ USA ਦੀ ਸ਼ੁਰੂਆਤ ਦੀ ਗੱਲ ਕਰਦੇ ਆ। ਇਹ ਗੱਲ 2010 ਤੋਂ ਵੀ ਪਹਿਲਾਂ ਦੀ ਆ, ਤੇ ਮੈਂ ਥੋੜਾ ਜਿਹਾ ਨਿੱਜੀ ਤੌਰ ਤੇ ਵੀ ਇਹ ਦੱਸ ਦਿੰਦਾ ਕਿ ਮੈਂ ਕਿੱਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜਿਆ ਸੀ। ਸੈਨ ਹੋਜ਼ੇ ਸਟੇਟ ਤੁਹਾਡਾ ਹੀ ਸਕੂਲ ਆ, ਉੱਥੇ ਪੜ੍ਹਦੇ ਹੁੰਦੇ ਸੀ। ਰਾਜਕਰਨ ਵੀਰ ਇਹ ਵੀ ਸਾਡੇ ਨਾਲ ਉੱਥੇ ਹੀ ਹੁੰਦੇ ਸੀ। ਤੇ 2009 ਦੇ ਵਿੱਚ ਫਰੀਮਾਉਂਟ ਗੁਰਦੁਆਰਾ ਸਾਹਿਬ ਵਿੱਚ ਖਾਲਸਾ ਸਕੂਲ ਦਾ, ਜਿੱਥੋਂ ਆਪਾਂ ਹੁਣ ਆਏ ਆ, ਜਿਹਦੇ ਕਰਕੇ ਲੇਟ ਹੋਏ, ਉੱਥੇ ਕੈਂਪ ਲੱਗਾ ਸੀ। ਭੈਣ ਜੀ ਹਰਜੋਤ ਭਾਜੀ ਪ੍ਰਧਾਨ ਹੁੰਦੇ ਸੀ ਉਦੋਂ, ਤੇ ਭੈਣ ਜੀ ਹੁਣੀ ਖਾਲਸਾ ਸਕੂਲ ਦੀ ਮੈਨੇਜਮੈਂਟ ਕਰਦੇ ਸੀ। ਸੋ ਉਹਦੇ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਕਿ ਕਮਿਊਨਿਟੀ ਸਰਵਿਸ ਦਾ ਜਿਹੜਾ ਇੱਕ ਇਹ ਵੀ ਕਿਸੇ ਨੂੰ ਹੁੰਦਾ ਵਾ ਕਿ ਅਸੀਂ ਕਮਿਊਨਿਟੀ ਸਰਵਿਸ ਕਰਨੀ ਆ, ਉਹ ਜਿਹੜਾ ਪ੍ਰਮਾਤਮਾ ਨੇ ਬਖਸ਼ ਦਿੱਤੀ ਹੈ, ਬਖਸ਼ੀ ਕਹਿ ਸਕਦੇ ਹਾਂ, ਉਹ ਇਹਨਾਂ ਵਿੱਚ ਹੈਗੀ ਸੀ। ਸੋ 2009 ਦੇ ਵਿੱਚ ਜਦੋਂ ਤੁਸੀਂ ਖਾਲਸਾ ਸਕੂਲ ਦੀ ਗੱਲ ਕਰਦੇ ਸੀ, ਵੱਖ-ਵੱਖ ਟੁੱਟਵੇਂ ਤੌਰ ਤੇ ਚੈਨਲ ਸੀ, ਕੁਝ ਰੇਡੀਓ ਜਿਨ੍ਹਾਂ ਦੀ ਬਹੁਤ ਲਿਮਿਟਿਡ ਰੀਚ ਸੀ, ਕੁਝ ਅਖਬਾਰਾਂ ਸੀ। ਤੇ ਕਾਰ ਵਿੱਚ ਜਾਂਦੇ ਆ ਭੈਣ ਜੀ ਹੁਣੀ ਇਦਾਂ ਗੱਲ ਕਰਦੇ ਕਿ ਆਪਾਂ ਦਾ ਨਾ ਕੁਝ, ਜੇ ਤੁਸੀਂ ਅੱਜ ਦੇ ਦਿਨ ਵਿੱਚ ਵੀ ਨਿਊਜ਼ਪੇਪਰ ਦੇ ਜਿਹੜੇ ਉਹਨਾਂ ਦੀ ਨਿਊਜ਼ ਦੇਖ ਲਓ, ਧੜੇਬੰਦੀ ਦਾ ਸ਼ਿਕਾਰ ਆ ਬਹੁਤ, ਹੈ ਨਾ। ਸੋ ਕੋਈ ਇਦਾਂ ਦੀ ਚੀਜ਼ ਹੋਵੇ ਜਿਹੜੀ ਸਾਰਿਆਂ ਨੂੰ ਇਕੱਠਾ ਕਰੇ। ਸੋ ਇਹ ਗੱਲ ਦਿਮਾਗ ਦੇ ਵਿੱਚ ਚੱਲਦੀ ਰਹੀ। 2009 ਦੀ ਸਮਰ ਦੀ ਗੱਲ ਆ, ਚਲੋ ਸਕੂਲ ਖਤਮ ਹੋ ਗਿਆ, 2010 ਚੜ੍ਹ ਗਈ ਤੇ ਓਪਰਚੁਨਿਟੀ ਮਿਲੀ। ਇਹਨਾਂ ਨੇ ਉਦਮ ਮਾਰਿਆ ਕਿ ਜਿਹੜਾ ਸੈਨ ਹੋਜ਼ੇ ਵਾਲਾ ਆਪਾਂ ਨੂੰ ਰੇਡੀਓ ਸਟੇਸ਼ਨ ਮਿਲ ਗਿਆ। ਉਦੋਂ ਛੋਟੇ ਚਿਪ ਵਾਲੇ ਰੇਡੀਓ ਹੁੰਦੇ ਸੀ, ਤੇ ਉਹ ਇਹਨਾਂ ਨੂੰ ਮਿਲ ਗਿਆ ਤੇ ਕਹਿੰਦੇ ਕਿ ਚਲੋ ਰੇਡੀਓ ਤਾਂ ਆਪਾਂ ਨੂੰ ਮਿਲਿਆ, ਆਓ ਸਾਰੇ ਜਣੇ ਇਕੱਠੇ ਹੋ ਕੇ। ਹੁਣ ਬੋਲਣ ਦਾ ਤਜਰਬਾ ਬਹੁਤ ਜ਼ਿਆਦਾ ਐਵੇਂ ਸੱਚ ਕਹੀਏ ਤਾਂ ਸਾਡੇ ਕੋਲ ਨਹੀਂ ਸੀ, ਹੈ ਨਾ। ਸਾਡੀ ਭੈਣ ਜੀ ਉਹਨਾਂ ਦਾ ਚਲੋ ਨਿਊਜ਼ ਦਾ ਚਲੋ ਕੰਮ ਸੀ, ਮੀਡੀਆ ਦਾ ਹੈਗਾ ਸੀ, ਪਰ ਇੱਕ ਨਿਊਜ਼ ਲਿਖਣੀ ਡੈਸਕ ਤੇ ਬੈਠ ਕੇ ਤੇ ਇੱਕ ਲਾਈਵ ਔਨ 에ਅਰ ਬੋਲਣਾ, ਹੈ ਨਾ। ਤੇ ਔਨ 에ਅਰ ਬੋਲਣ ਦਾ ਹੈ ਨਹੀਂ ਸੀ। ਸੋ ਆਪਾਂ ਵੀ ਨਾ ਕੋਈ ਭੈਣ ਜੀ ਹੁਣੀ ਇਹ ਕਹਿੰਦੇ ਸੀ ਕਿ ਆਪਾਂ ਕੁਝ ਡਿਫਰੈਂਟ ਕਰੀਏ, ਕਿਉਂਕਿ ਇੱਕ ਲੀ ਪੱਕੀ ਹੋਈ ਆ ਵੀ ਕੰਮ ਇਸ ਤਰ੍ਹਾਂ ਹੀ ਹੁੰਦਾ, ਰੇਡੀਓ ਇਸ ਤਰ੍ਹਾਂ ਹੀ ਚੱਲਦਾ, ਹੈ ਨਾ, ਜਾਂ ਜਿਹੜੇ ਤਰੀਕੇ ਨਾਲ ਟ੍ਰੈਡੀਸ਼ਨਲ ਚੱਲਦੇ ਆ ਰਹੇ, ਵੀ ਕਹਿੰਦੇ ਉਹ ਤੋਂ ਕੁਝ ਹਟ ਕੇ ਕਰੀਏ। ਕਿਉਂਕਿ ਜੇ ਕੁਝ ਹਟ ਕੇ ਕਰਨਾ ਤੇ ਫਿਰ ਨਵਾਂ ਬਲੱਡ, ਨਵੀਂ ਸੋਚ, ਨਵੇਂ ਤਰ੍ਹਾਂ ਦੇ ਜਿਹੜੇ ਕੰਮਕਾਰ ਦੇ ਤਰੀਕੇ ਉਹ ਲਿਆਉਣੇ ਪੈਣੇ ਆ। ਤੇ ਲਿਆਏ ਕੌਣ? ਉਹ ਫਿਰ ਹੌਲੀ ਹੌਲੀ ਸਾਰੇ ਜਾਣਿਆਂ ਨੇ ਇਹਨਾਂ ਦੇ ਉਦਮ ਕਰਕੇ ਸਿੱਖਿਆ, ਹੈ ਨਾ। ਸੋ ਫਿਰ ਗੱਲ ਆਈ ਕਿ ਜਦੋਂ ਰਾਜਕਰ ਨੇ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਕਿ ਮੋਟੋ, ਕਹਿੰਦੇ ਵੀ ਇਹਦਾ ਨਾਂ ਕੀ ਰੱਖੀਏ, ਕਿ ਪੰਜਾਬੀ ਰੇਡੀਓ USA ਤੇ ਚਲੋ ਹੋ ਗਿਆ ਵੀ ਸਾਰਿਆਂ ਨੇ ਇਕੱਠਾ ਉਹਨੂੰ ਸਰਬਸੰਮਤੀ ਦਾ ਨਾਂ ਰੱਖ ਹੋ ਗਿਆ, ਤੇ ਇਹਦਾ ਮੋਟੋ ਕੀ ਰੱਖਿਆ ਜਾਏ। ਸੋ ਕਹਿੰਦਾ ਮੋਟੋ ਉਹੀ ਰੱਖਦਾ ਜੋ ਸਾਲ ਪਹਿਲਾਂ ਸੋਚਿਆ ਸੀ, ਕਿ ਯੂਨਾਈਟਿਡ ਪੰਜਾਬੀਜ਼ ਆਲ ਓਵਰ। ਸੋ ਯੂਨਾਈਟਿੰਗ ਪੰਜਾਬੀਜ਼ ਆਲ ਓਵਰ ਤੇ ਜਦੋਂ ਆਪਾਂ ਗੱਲ ਕੀਤੀ ਤੇ ਆਪਾਂ ਆਪਣੇ ਪੰਜਾਬ ਦੀ ਜਿਹੜੇ ਇੰਡੀਆ ਦੇ ਥੱਲੇ ਆ ਉਹਦੀ ਤਾਂ ਗੱਲ ਹੈ ਹੀ ਆ, ਆਪਾਂ ਪਾਕਿਸਤਾਨੀ ਪੰਜਾਬ ਵੀ ਸਾਡਾ ਇਹ ਮੰਗ ਆ।
ਸੋ ਭੈਣ ਜੀ ਹੁਣੀ ਆਪਣਾ ਮਸੂਦ ਮੱਲੀ ਹੁਣਾਂ ਦੇ ਨਾਲ, ਭੈਣ ਜੀ ਹੁਣਾਂ ਦੇ ਨਾਲ ਲੋਕਲ ਉੱਥੇ ਨਿਊਜ਼ਪੇਪਰ ਦੇ ਥਰੂ, ਇਹਨਾਂ ਦੇ ਥਰੂ ਰੀਚ ਆਊਟ ਕੀਤਾ। ਸੋ 3 ਤਰ੍ਹਾਂ ਦੇ ਪੰਜਾਬ ਅਸੀਂ ਕੰਸੀਡਰ ਕਰਦੇ ਹਾਂ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਡਾਇਸਪੋਰਾ ਪੰਜਾਬ, ਜਿਹਦੇ ਵਿੱਚ ਅਸੀਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਵੀ ਗੱਲ ਕਰਦੇ ਹਾਂ। ਸੋ ਇੱਕ ਇੱਦਾਂ ਦਾ ਮਾਧਿਅਮ ਬਣਿਆ ਜਿੱਥੇ ਸਾਰੇ ਲੋਕਾਂ ਦੀ ਜਿਹੜੀ ਗੱਲਬਾਤ ਆ ਉਹ ਹੋ ਸਕੇ। ਸੋ ਜਿਹੜੀ ਜਗ੍ਹਾ ਤੇ ਅੱਜ ਅਸੀਂ ਖਲੋਤੇ ਆ, 14 AM FM ਸਟੇਸ਼ਨ ਚਿੱਪ ਵਾਲੇ ਰੇਡੀਓ ਤੋਂ ਸ਼ੁਰੂ ਹੋ ਕੇ ਬੜੀ ਲੰਮੀ ਜਰਨੀ ਆ, ਫਿਰ ਕਦੇ ਮੌਕਾ ਮਿਲਿਆ ਸ਼ੇਅਰ ਕਰੂੰਗੇ। ਤੇ ਉੱਥੇ ਪਹੁੰਚਣ ਦੇ ਲਈ ਅਸੀਂ ਤੁਸੀਂ ਜਿਹੜੇ ਸਾਰੇ ਇੱਥੇ ਬੈਠੇ ਹੋ, ਸਾਰਿਆਂ ਦਾ ਬਰਾਬਰ ਦਾ ਯੋਗਦਾਨ ਆ ਤੇ ਸਾਰਿਆਂ ਦੇ ਹਿੰਮਤ, ਉਦਮ ਤੇ ਮਿਹਨਤ ਦੇ ਸਦਕਾ ਹੀ ਅੱਜ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇੱਥੇ ਆ। ਤੇ ਇੱਥੇ ਹੀ ਬਸ ਨਹੀਂ, ਆਪਾਂ ਇੱਥੋਂ ਵੀ ਬਹੁਤ ਗਾਂਹ ਜਾਣਾ ਹੈ ਨਾ, ਇੱਥੋਂ ਵੀ ਬਹੁਤ ਗਾਂਹ ਜਾਣਾ ਅਜੇ। ਤੇ ਇਸੇ ਤਰ੍ਹਾਂ ਹੀ ਸਾਰਿਆਂ ਦਾ ਸਾਥ ਮਿਲਦਾ ਰਹੇ ਤੇ ਪ੍ਰਮਾਤਮਾ ਦੀ ਕਿਰਪਾ ਰਹੇ ਤੇ ਫਿਰ ਇਹੀ ਹੈਪੀ ਫਿਊਚਰ ਇਜ਼ ਆਵਰਸ ਹੈ ਨਾ। ਇੰਨੀਆਂ ਕੁ ਦੇ ਨਾਲ ਹੀ ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਮਿਹਰਬਾਨੀ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਪੰਜਾਬੀ ਰੇਡੀਓ USA ਲਈ ਨਾ ਜਿਹੜਾ ਸੈਨੋਜੇ ਸਟੇਟ ਯੂਨੀਵਰਸਿਟੀ ਆ, ਉਹ ਕਿਤੇ ਨਾ ਕਿਤੇ ਜਿੱਦਾਂ ਕਹਿ ਲਓ ਵੀ ਲੱਕੀ ਆ, ਉੱਥੋਂ ਬਹੁਤ ਜਿਹੜੇ ਉਹ ਹੁੰਦੇ ਰਹੇ ਆ। ਇੱਕ ਪੂਲ ਜਿਹੜਾ ਉਹ ਤਿਆਰ ਹੁੰਦਾ ਰਿਹਾ। ਦੇਖੋ ਜਿਸ ਟਾਈਮ ਦੇ ਉੱਤੇ ਅਸੀਂ ਆਏ, ਜਦੋਂ ਹਰਵਿੰਦਰ ਆਇਆ, ਰਿਸੈਸ਼ਨ ਦੇ ਦੌਰ ਦੇ ਵਿੱਚ ਆਏ, ਉਦੋਂ ਜੌਬਸ ਤੱਕ ਨਹੀਂ ਸੀ ਮਿਲਦੀਆਂ। ਇਹਨਾਂ ਨੇ ਇੱਕ ਤਾਂ ਬੱਚਿਆਂ ਨੂੰ ਜੌਬ ਵੀ ਦੇਣੀ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਸੀਗਾ ਵੀ ਨਿਆਣੇ ਜਿਹੜੇ ਆਉਂਦੇ ਆ ਉਹਨਾਂ ਨੂੰ ਕੁਛ ਨਾ ਕੁਛ ਮਿਲੇ, ਵੀ ਕੁਛ ਮੌਕਾ ਵੀ ਮਿਲੇ। ਸਾਡਾ ਵੀ ਰਹਿਣ ਖਾਣ ਦਾ ਜਿਹੜਾ ਖਰਚਾ ਇਹਦੇ ਨਾਲ ਜਿਹੜਾ ਪੂਰਾ ਹੋਣਾ ਸ਼ੁਰੂ ਹੋਇਆ। ਫਿਰ ਪਿਆਰ ਇਦਾਂ ਜਿਹੜਾ ਉਹ ਜੁੜਿਆ ਵੀ ਸਾਰੇ ਜਣੇ ਅਜੇ ਤੱਕ ਇਕੱਠੇ ਆ, ਆਪੋ ਆਪਣੇ ਵੱਖ-ਵੱਖ ਥਾਂ ਦੇ ਉੱਤੇ ਕੰਮਾਂ ਦੇ ਉੱਤੇ ਵੀ ਜਾਂਦੇ ਆ, ਪਰ ਫਿਰ ਵੀ ਸਮਾਂ ਕੱਢਦੇ ਆ ਰੇਡੀਓ ਦੇ ਲਈ, ਨਾਲ ਇਸ ਅਦਾਰੇ ਦੇ ਜੁੜੇ ਆ। ਉਹ ਇਸੇ ਲਈ ਵੀ ਇਹ ਜਿਹੜੇ ਦੋਨੋਂ ਜਾਣੇ ਜਿਹੜੇ ਖੱਬੇ ਸੱਜੇ ਹੱਥ ਮੇਰੇ ਇਸ ਟਾਈਮ ਖੜੇ ਆ, ਵੀ ਇਹਨਾਂ ਨੇ ਸਾਰਿਆਂ ਨੂੰ ਜੋੜ ਕੇ ਜਿਹੜਾ ਉਹ ਰੱਖਿਆ ਹੈ। ਸੋ ਪਿਆਰ ਦੇ ਨਾਲ ਇੱਕ ਪਰਿਵਾਰ ਦੇ ਵਾਂਗੂ ਜਿਹੜਾ ਉਹ ਜੋੜ ਕੇ ਜਿਹੜਾ ਉਹ ਰੱਖਿਆ। ਸੋ ਇਹਨਾਂ ਦਾ ਅਸੀਂ ਬਾਰ-ਬਾਰ ਧੰਨਵਾਦ ਕਰਦੇ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਵੀ ਬਲਵਿੰਦਰ ਭੈਣ ਜੀ ਨੂੰ ਵੀ ਸਨਮਾਨ ਜਿਹੜਾ ਇਸ ਦੇ ਵਿੱਚ ਜ਼ਰੂਰ ਦੇਣਾ ਚਾਹੀਦਾ ਆ। ਮਾਈਕ ਦੇ ਉੱਤੇ ਜਦੋਂ ਹੁੰਦੇ ਆ ਇਹ, ਫਿਰ ਜਦੋਂ ਕੋਈ ਪੁੱਠਾ ਸਿੱਧਾ ਬੋਲਦਾ ਉਹਨੂੰ ਨਾਲ ਦੇ ਨਾਲ ਛਾਂਗ ਦਿੰਦੇ ਆ। ਤੇ ਹੁਣ ਅਸੀਂ ਬੇਨਤੀ ਕਰਦੇ ਆ ਵੀ ਆਓ ਤੇ ਆ ਕੇ ਆਪਣਾ ਤੁਸੀਂ ਸਨਮਾਨ ਜਿਹੜਾ ਉਹ ਜ਼ਰੂਰ ਲੈ ਕੇ ਜਾਓ। ਆਹ ਪਿਆਰ ਨਾਲ ਹੀ ਛਾਂਗਿਆ ਜਾਂਦਾ ਅੱਜ ਕੱਲ੍ਹ, ਵਿੱਚੋਂ ਖੋਲ ਕੇ। ਦੇਖੋ ਉਹਦਾ ਪਤੀ ਪਤਨੀ ਆ, ਪਰ ਪਹਿਲੀ ਵਾਰੀ ਇਹਨਾਂ ਨੇ ਦਿੱਤਾ ਇਹਨਾਂ ਨੂੰ ਫੁੱਲ। ਇਹ ਪਹਿਲੀ ਵਾਰੀ ਇਹਨਾਂ ਨੂੰ ਫੁੱਲ ਮਿਲਿਆ ਆ। ਸੋ ਥੈਂਕ ਯੂ ਜੀ। ਤੇ ਬਲਵਿੰਦਰ ਜੀ ਥੈਂਕ ਯੂ ਜੀ। ਇੱਕ ਵਾਰੀ ਥੈਂਕ ਯੂ ਰਾਜ ਕਹਿਣਾ ਵੀ ਪੈਣਾ ਹੈ ਨਾ ਹੁਣ ਕੁਛ ਨਾ ਕੁਛ ਜ਼ਰੂਰ। ਓ ਅੱਛਾ ਐਕਚੁਅਲੀ ਮੇਰਾ ਪਹਿਲਾ ਹੀ ਆ ਇਹ ਵੈਸੇ ਰੇਡੀਓ। ਮੈਨੂੰ ਵੈਸੇ ਕਦੀ ਵੀ ਕਿਤੇ ਨਹੀਂ ਮਿਲਿਆ, ਪਹਿਲੀ ਵਾਰ ਮਿਲਿਆ। ਫੁੱਲ ਵੀ ਪਹਿਲਾ, ਅਵਾਰਡ ਵੀ ਪਹਿਲਾ, ਪਲੈਕ ਵੀ ਪਹਿਲਾ। ਥੈਂਕ ਯੂ ਪੰਜਾਬੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਹਰਵਿੰਦਰ ਨੇ ਗੱਲ ਕੀਤੀ ਸੀ ਲਹਿੰਦੇ ਚੜ੍ਹਦੇ ਪੰਜਾਬ ਦੀ। ਸੋ ਆਪਣੇ ਲਹਿੰਦੇ ਪੰਜਾਬ ਤੋਂ ਆਪਣੇ ਨਾਲ ਇਸ ਟਾਈਮ ਪ੍ਰਵੀਨ ਮਸੂਦ ਜੀ ਜੁੜੇ ਆ। ਮਹੀਨੇ ਤੋਂ ਵੀ ਘੱਟ ਦਾ ਵਕਤ ਹੋਇਆ ਇਹਨਾਂ ਨੂੰ, ਕੁਝ ਕੁ ਹਫ਼ਤੇ ਹੋਏ ਇੱਥੇ ਆਇਆਂ ਨੂੰ। ਤੇ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਜਿਹੜਾ ਆ ਮਸੂਦ ਮੱਲੀ, ਉਹ ਚਿਰ ਤੋਂ ਆਪਣੇ ਨਾਲ ਇਹ ਦੋਨੋਂ ਹੀ ਜਾਣੇ ਇਹਨਾਂ ਦਾ ਪਰਿਵਾਰ ਜੁੜਿਆ ਆ। ਸੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਥੈਂਕ ਯੂ ਕਰਦੇ ਹਾਂ ਵੀ ਚਲੋ ਇਸੇ ਬਹਾਨੇ ਅੱਜ ਆਪਣੇ ਨਾਲ ਨੇ ਤੇ ਕੁਝ ਸ਼ਬਦ ਵੀ ਜਿਹੜੇ ਜ਼ਰੂਰ ਸ਼ੇਅਰ। ਸਭ ਤੋਂ ਪਹਿਲੇ ਤੇ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਮੁਬਾਰਕ ਹੋਏ 13 ਸਾਲ ਪੂਰੇ ਹੋਣ ਤੇ ਉਸ ਤੋਂ ਬਾਅਦ ਇਹ ਵੇ ਕਿ ਜਦੋਂ ਮੈਂ ਜੁੜੀ ਸੀ ਪੰਜਾਬੀ ਰੇਡੀਓ USA ਨਾਲ, ਮਸੂਦ ਆਲਰੇਡੀ ਕੰਮ ਕਰ ਰਹੇ ਸਨ ਪੰਜਾਬੀ ਰੇਡੀਓ USA ਨਾਲ। ਤੇ ਜਦੋਂ ਮੈਂ ਉਹਨਾਂ ਨਾਲ ਜੁੜੀ, ਮੈਂ ਪੰਜਾਬੀ ਰੇਡੀਓ USA ਨਾਲ ਵੀ ਜੁੜ ਗਈ। ਇਸ ਲਈ ਕਈ ਵਾਰੀ ਮੈਂ ਆਪਣੇ ਸ਼ੋਅ 'ਚ ਕਹਿੰਦੀ ਹੁੰਦੀ ਮੇਰਾ ਸਹੁਰਾ ਘਰ ਅਸਲ 'ਚ ਹੈ ਵੇ, ਠੀਕ ਹੈ। ਤੇ ਹੁਣ ਜਦੋਂ ਮੈਂ ਇਹਨਾਂ ਜੀਆਂ ਦੇ ਵਿਚਕਾਰ ਆਈ ਹਾਂ ਤੇ ਮੈਨੂੰ ਪਤਾ ਲੱਗਿਆ ਕਿ ਇਹ ਸਹੁਰਾ ਘਰ ਨਹੀਂ, ਤੇ ਉਸ ਤੋਂ ਕਈ ਗੁਣਾ ਜ਼ਿਆਦਾ ਮੁਹੱਬਤ ਕਰਨ ਵਾਲੇ ਲੋਕ ਨੇ, ਬਹੁਤ ਜ਼ਿਆਦਾ ਪਿਆਰ। 1 ਮਹੀਨੇ ਦੇ ਵਿੱਚ ਜਿੰਨਾ ਮੈਂ ਸਮੇਟਿਆ ਹੈ ਨਾ, ਇੰਨਾ ਕੁ ਮੇਰਾ ਖਿਆਲ ਹੈ ਕਿ ਸਾਰੀ ਜ਼ਿੰਦਗੀ ਵਿੱਚ ਵੀ ਕੋਈ ਬੰਦਾ ਨਹੀਂ ਸਮੇਟਦਾ। ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਨ ਵਾਲੇ ਜੀ, ਬਲਵਿੰਦਰ ਆਂਟੀ ਜੀ, ਹਰਜੋਤ ਭਾਈ ਜੀ, ਮੈਂ ਸਾਰੇ ਜੀਆਂ ਦਾ ਨਾਮ ਲੈ ਸਕਦੀ, ਦਿਲਪ੍ਰੀਤ ਭਾਈ, ਰਾਜ ਭਾਈ, ਇੰਨਾ ਕੁਝ ਸਿੱਖਿਆ ਹੈ। ਦੂਸਰਾ ਇਹ ਵੇ ਕਿ 13 ਸਾਲਾਂ ਤੋਂ ਜਦੋਂ ਮਤਲਬ ਕਰ ਰਹੇ ਸੀ ਕੰਮ ਇਹਨਾਂ ਦੇ ਨਾਲ, ਮਸੂਦ ਤੇ ਨੋ ਡਾਊਟ ਮੈਂ ਕਹਿੰਦੀ ਉਹਨਾਂ ਨੂੰ ਅਜੇ ਵੀ ਕਹਿੰਦੀ ਹੁੰਦੀ ਹਾਂ ਕਿ ਤੁਹਾਡੇ ਵਰਗਾ ਮੈਂ ਨਹੀਂ ਬੋਲ ਸਕਦੀ, ਬਟ ਮੈਂ ਕੋਸ਼ਿਸ਼ ਕੀਤੀ, ਉਹਨੂੰ ਐਪਰੀਸ਼ੀਏਟ ਕੀਤਾ। ਇਹਨਾਂ ਨੇ ਜਗ੍ਹਾ ਦਿੱਤੀ, ਇਹਨਾਂ ਨੇ ਆਖਿਆ ਕਿ ਨਹੀਂ ਕੋਈ ਨਹੀਂ, ਸਿੱਖ ਜਾਏਗੀ। ਤੇ ਅੱਜ ਜੋ ਵੀ ਹੈ ਵੇ ਕ੍ਰੈਡਿਟ ਸਾਰਾ ਜਿਹੜਾ ਬਿਲਕੁਲ ਇਹਨਾਂ ਨੂੰ ਹੀ ਜਾਂਦਾ ਹੈ, ਇਸ ਟੀਮ ਨੂੰ ਜਾਂਦਾ ਹੈ, ਇਹ ਸਾਰੇ ਮੈਂਬਰਸ ਨੂੰ ਜਾਂਦਾ ਹੈ ਕਿ ਅੱਜ ਮੈਂ ਇੱਥੇ ਮੌਜੂਦ ਹੈਗੀ। ਥੈਂਕ ਯੂ ਸੋ ਮਚ।
ਸੋ ਮਸੂਦ ਮੱਲੀ ਸਾਡੇ ਨਾਲ ਆਲਮੋਸਟ 12 ਸਾਲ ਹੋ ਚੱਲੇ, 11-12 ਸਾਲ ਜੁੜਿਆ ਨੂੰ। ਸੋ ਬਾਬੇ ਦੀ ਕਿਰਪਾ ਰਹੀ ਤਾਂ ਮੈਨੂੰ ਲੱਗਦਾ ਵੀ ਮਹੀਨੇ ਡੇਢ ਮਹੀਨੇ 'ਚ ਉਹ ਸਾਡੇ ਨਾਲ ਪੂਰੇ ਪਰਿਵਾਰ ਸਮੇਤ ਪਹੁੰਚ ਜਾਣਗੇ ਜੀ। ਤੇ ਮਸੂਦ ਜੀ, ਜਦੋਂ ਤੁਸੀਂ ਦੇਖ ਰਹੇ ਆ, ਮਿਸ ਕਰ ਰਹੇ ਅਸੀਂ ਤੁਹਾਨੂੰ ਤੇ ਹੋਪਫੁਲੀ ਆਪਾਂ ਜਿੱਦਾਂ ਕਿਹਾ ਜਲਦੀ ਆ। ਬਿਲਕੁਲ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਮੈਂ ਦੱਸ ਦੇਵਾਂ ਕਿ ਮੇਰਾ ਵੀ ਪਹਿਲਾ ਹੀ ਹੈ। ਹਾਂਜੀ ਫੁੱਲ ਤਾਂ ਹੁਣ ਮਹਿਸੂਸ ਆ, ਤੁਸੀਂ ਦੱਸੋਗੇ ਕਦੀ ਮਿਲੇ ਕਿ ਨਹੀਂ? ਨਹੀਂ ਫੁੱਲ ਵੀ ਇੱਥੇ ਆ ਗਏ। 2 ਜਣੇ ਦੇ ਲਈ ਫਸਟ ਟਾਈਮ ਹੋ ਗਿਆ ਜੀ ਇਹ। ਚਲੋ ਥੈਂਕ ਯੂ। ਤੇ ਹੁਣ ਮੈਂ ਜਿਹੜਾ ਜੀ ਉਹ ਬੇਨਤੀ ਕਰਦਾ ਆ, ਅਕਸਰ ਕਟਾਕਸ਼ ਕਰਦੇ ਆ ਜਦੋਂ ਰੇਡੀਓ ਦੇ ਉੱਤੇ ਬੋਲਦੇ ਆ, ਵਧੀਆ ਬੋਲਣਾ, ਸਹੀ ਢੰਗ ਦੇ ਨਾਲ ਪ੍ਰੈਜ਼ੈਂਟ ਕਰਨਾ, ਤੱਥ ਜਿਹੜੇ ਉਹ ਲੈ ਕੇ ਆਉਣੇ ਤਾਂ ਜੋ ਅਗਲੇ ਨੂੰ ਵੀ ਚੰਗਾ ਲੱਗੇ ਤੇ ਗੱਲ ਵੀ ਕਹੀ ਜਾਵੇ। ਸੋ ਇਸ ਦੇ ਵਿੱਚ ਅਸੀਂ ਪ੍ਰਵੀਨ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਉਹ ਵਧੀਆ ਢੰਗ ਦੇ ਨਾਲ ਕੱਲੀ ਰਿਪੋਰਟਿੰਗ ਹੀ ਨਹੀਂ ਪੇਸ਼ ਕਰਦੇ ਤੇ ਬਹੁਤ ਵਧੀਆ ਢੰਗ ਦੇ ਨਾਲ ਪਰਿਵਾਰਕ ਤੌਰ ਦੇ ਉੱਤੇ ਰਹਿੰਦੇ ਵੀ ਆ। ਤੇ ਕੱਲ ਹੀ ਅਜੇ ਪਹੁੰਚੇ ਦੇ, ਗੀਲਾ ਕੱਢ ਕੇ ਆਏ ਆ ਵਕੇਸ਼ਨ। ਉਹ ਰਹਿਣ ਦੇ ਭਰਾਵਾ, ਮੇਰੇ ਦੇ ਨਾ ਗੋਡੇ ਹੱਥ ਲਾ ਤੂੰ ਇੱਦਾਂ। ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਸੋ ਖੁਸ਼ੀ ਦੀ ਗੱਲ ਆ ਵੀ ਪ੍ਰਵੀਨ ਦੀ ਵਾਈਫ ਤੇ ਗੁੱਡੀ ਵੀ ਜੁਆਇਨ ਕਰਕੇ ਕੱਲ ਹੀ ਆਏ ਆ ਇੰਡੀਆ ਤੋਂ। ਸੋ ਬਹੁਤ ਵਧਾਈਆਂ ਵਾਲੀ ਗੱਲ ਆ, ਪਰਿਵਾਰ ਬਹੁਤ ਛੇਤੀ ਇਕੱਠਾ ਹੋ ਗਿਆ। ਹਾਂਜੀ, ਚੰਦ ਸ਼ਬਦ ਵੀ ਬੋਲੋ, ਰਿਪੋਰਟ ਨਹੀਂ ਕਰਨ ਦੀ ਲੋੜ, ਉਹਦਾ ਕੁਝ ਸ਼ਬਦ। ਠੀਕ ਹੈ ਜੀ। ਸਭ ਤੋਂ ਪਹਿਲਾਂ ਸਾਰੇ ਪੰਜਾਬੀ ਰੇਡੀਓ USA ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਦਾ ਬਹੁਤ ਸ਼ੁਕਰ, ਸਾਰੇ ਹੀ ਮੇਰੇ ਨਾਲੋਂ ਉਮਰਾਂ ਦੇ ਵਿੱਚ, ਕੰਮ ਦੇ ਵਿੱਚ, ਕਿਰਦਾਰ ਦੇ ਵਿੱਚ ਬਹੁਤ ਵੱਡੇ ਨੇ। ਹਰ ਅਦਾਰਾ, ਕੋਈ ਵੀ ਕਾਮਯਾਬ ਅਦਾਰਾ ਆਪਣੇ ਐਥਿਕਸ ਤੇ ਆਪਣੇ ਮੋਰਲ ਗਰਾਊਂਡ ਦੇ ਉੱਤੇ ਜੇਕਰ ਚੱਲਦਾ ਹੈ, ਜਿਹਦਾ ਉਹਦਾ ਆਧਾਰ ਹੋਣਾ ਚਾਹੀਦਾ, ਤਾਂ ਉਹ ਇੱਕ ਵਧੀਆ ਚੀਜ਼ ਮੰਨੀ ਜਾਂਦੀ ਹੈ ਤੇ ਉਹਦੀ ਕਾਮਯਾਬੀ ਦੇ ਵਿੱਚ ਉਹਦਾ ਬਹੁਤ ਵੱਡਾ ਹੱਥ ਹੁੰਦਾ ਇਹਨਾਂ ਚੀਜ਼ਾਂ ਦਾ। ਪੰਜਾਬੀ ਰੇਡੀਓ USA ਇਸ ਗੱਲੋਂ ਬੜਾ ਖੁਸ਼ਕਿਸਮਤ ਹੈ ਕਿ ਇਸ ਅਦਾਰੇ ਦੀ ਆਈਡੀਓਲੋਜੀ, ਇਸ ਅਦਾਰੇ ਦਾ ਸਿਧਾਂਤ ਜਿੱਥੇ ਜਰਨਲਿਜ਼ਮ ਨੂੰ ਪਰਨਾਇਆ ਹੋਇਆ, ਉਹਦੇ ਨਾਲ ਨਾਲ ਪੰਜਾਬੀਅਤ, ਪੰਜਾਬ ਦੀ ਮਿੱਟੀ, ਪੰਥ ਦੇ ਮਸਲੇ, ਕੌਮ ਦੇ ਮਸਲੇ, ਉਹਨਾਂ ਨੂੰ ਵੀ ਪਰਨਾਇਆ ਹੋਇਆ। ਤੇ ਪੰਜਾਬੀ ਰੇਡੀਓ USA ਇਕੱਲਾ ਇੱਕ ਅਦਾਰਾ ਨਹੀਂ ਹੈ, ਇਹ ਇੱਕ ਇੰਸਟੀਚਿਊਸ਼ਨ ਹੈ ਸਾਡੇ ਵਰਗੇ ਆਮ ਮਾਤੜ ਬੰਦਿਆਂ ਦਾ, ਜਿਨ੍ਹਾਂ ਨੇ ਇਸ ਅਦਾਰੇ ਨਾਲ ਜੁੜ ਕੇ ਰਹਿਣਾ, ਬਹਿਣਾ, ਕਹਿਣਾ ਤੇ ਲੋਕਾਂ ਦੇ ਨਾਲ ਗੱਲ ਕਰਨੀ ਸਿੱਖੀ, ਲੋਕਾਂ ਦੇ ਨਾਲ ਰਾਬਤਾ ਕਰਨਾ ਸਿੱਖਿਆ, ਖਬਰਾਂ ਕਰਨੀਆਂ ਸਿੱਖੀਆਂ। ਸੋ ਪੰਜਾਬੀ ਰੇਡੀਓ USA ਦੇ ਨਾਲੋਂ ਬਿਹਤਰ ਜੇ ਮੈਂ ਅੱਜ ਦੇ ਮੁਕਾਮ ਤੇ ਕਹਾਂ ਤਾਂ ਮੇਰੇ ਲਈ ਕੋਈ ਹੋਰ ਅਦਾਰਾ ਨਹੀਂ ਹੋ ਸਕਦਾ। ਜਿਵੇਂ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕਿ 25ਵੀਂ ਵੀ ਇਸੇ ਤਰ੍ਹਾਂ ਹੀ ਆਪਾਂ ਤੇ ਸਾਰੇ ਜਿਹੜੇ ਮਨਾਵਾਂਗੇ, ਪਰ ਮੈਨੂੰ ਲੱਗਦਾ ਕਿ ਅਸੀਂ ਰਹੀਏ ਨਾ ਰਹੀਏ, ਕਿਉਂਕਿ ਇੱਥੇ ਕੋਈ ਵੀ ਸਦੀਵੀ ਨਹੀਂ ਹੈ, ਪਰ ਇੰਸ਼ਾਅੱਲਾ ਪਰਮਾਤਮਾ ਕਰੇ ਪੰਜਾਬੀ ਰੇਡੀਓ USA ਇਸੇ ਤਰ੍ਹਾਂ ਫਿਜ਼ਾਵਾਂ ਦੇ ਵਿੱਚ ਗੂੰਜਦਾ ਰਹੇਗਾ। ਬਹੁਤ ਬਹੁਤ ਧੰਨਵਾਦ। ਹਾਂਜੀ, ਅਗਲੇ ਸਾਡੇ ਗੁਰਜੀਤ ਆ। ਸੋ ਮੈਂ ਇਹਦੇ ਬ੍ਰਦਰ ਨੂੰ, ਗਦਾਵਰ ਨੂੰ ਆਲਮੋਸਟ 30 ਸਾਲਾਂ ਤੋਂ ਜਾਣਦਾ। ਜਦੋਂ ਉਹ ਜੌਬ ਕਰਦੇ ਸੀ, ਫਿਰ ਪਹਿਲਾ ਰੈਸਟੋਰੈਂਟ ਲਿਆ। ਬਹੁਤ ਹੀ ਮਿਹਨਤ ਕੀਤੀ ਹੈ ਇਹਨਾਂ ਭਰਾਵਾਂ ਨੇ ਸਾਰਿਆਂ ਨੇ। ਜਿੱਥੇ ਰੈਸਟੋਰੈਂਟ ਇੱਥੇ ਵੀ ਆ, ਹੁਣ ਇਹਨਾਂ ਦੇ 5 ਆ ਤੇ ਬਹੁਤ ਛੇਤੀ ਹੋਰ 2-3 ਹੋਰ ਖੋਲ੍ਹਣ ਜਾ ਰਹੇ ਆ। ਸੋ ਇਹਨਾਂ ਦਾ ਬਹੁਤ ਧੰਨਵਾਦ। ਸੋ ਇਦਾਂ ਜਿਹੜੇ ਤਰੱਕੀਆਂ ਕਰਨ, ਬਹੁਤ ਵਧੀਆ ਹੋਊਗਾ। ਅੱਜ ਕੱਲ੍ਹ ਡਿਜੀਟਲ ਜ਼ਮਾਨਾ ਆ ਤੇ ਹਰ ਇੱਕ ਚੀਜ਼ ਆਨਲਾਈਨ, ਐਪ, ਵੈਬਸਾਈਟ ਦੇ ਜ਼ਰੀਏ ਜਿਹੜੀ ਹੁੰਦੀ ਆ। ਸੋ ਮੈਂ ਹੁਣ ਆਪਣੇ IT ਮੈਨੇਜਰ ਜਿਹੜੇ ਜਗਮੋਹਨ ਸਿੰਘ, ਇਹ ਵੀ SJSU ਨਰਸਰੀ ਤੋਂ ਆਏ ਨੇ ਤੇ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ। ਇਹਨਾਂ ਦੇ ਬਾਰੇ ਇਹ ਦੱਸਦੇ ਜਾਈਏ, ਉਸੇ ਪਿੰਡ ਤੋਂ ਆ ਜਿੱਥੋਂ ਜਿਹੜਾ ਇੱਕ ਹੈਗਾ ਨਾ ਮਾੜਾ ਬਾਬਾ ਜਿਹਨੂੰ ਕਹਿੰਦੇ ਆ, ਰਾਮ ਰਹੀਮ, ਉਹਦਾ ਫੇਸਬੁੱਕ ਦੇ ਉੱਤੇ ਪੇਜ ਡੀਐਕਟੀਵੇਟ ਕਰਾਉਣ ਦੇ ਵਿੱਚ ਇਸ ਮੁੰਡੇ ਦਾ ਬਹੁਤ ਵੱਡਾ ਯੋਗਦਾਨ ਸੀਗਾ। ਸੋ ਕਿਸੇ ਨੂੰ ਪਤਾ ਨਹੀਂ ਹੈ, ਇਹ ਆਪਣੀ ਟੀਮ ਦਾ ਕੰਮ ਸੀਗਾ, ਜਿਹਨੇ ਉਹ ਜਿਹੜਾ ਰਾਮ ਰਹੀਮ ਦਾ ਜਿਹੜਾ ਪੇਜ ਆ ਉਹ ਡੀਐਕਟੀਵੇਟ ਉਦੋਂ ਕਰਾਇਆ ਸੀ। ਸੋ ਧੰਨਵਾਦ ਜੀ, ਧੰਨਵਾਦ। ਆ ਪਹਿਲਾਂ ਲਓ ਭਾਜੀ। ਹੁਣ ਆਪਾਂ ਡਿਸਕਲੋਜ਼ ਕਰ ਸਕਦੇ, ਸਿਰਸੇ ਵਾਲੇ ਮਗਰ ਨਾ ਬਹਿ ਜਾਣ। ਫਿਰ ਕੋਈ ਨਹੀਂ, ਅਸਾਈਲਮ ਤਾਂ ਪੱਕਾ ਹੀ ਭਾਈ ਹਰੀ ਹੈਗੇ ਇੱਥੇ ਵਧੀਆ H1B ਤੋਂ ਛੁਟਕਾਰਾ ਮਿਲੂ ਆਪਾਂ ਨੂੰ। ਮੈਂ ਤਾਂ ਇਹ ਬਾਲੇ ਆਪਣੇ ਕੋਲੇ ਸ਼ਬਦ ਹੈ ਨਹੀਂਗੇ ਬੋਲਣ ਨੂੰ। ਧੰਨਵਾਦ ਅਸੀਂ ਕਰ ਸਕਦੇ ਪੰਜਾਬੀ ਰੇਡੀਓ USA ਦਾ। ਜਿਵੇਂ ਭਾਈ ਹੋਰਾਂ ਨੇ ਕਿਹਾ, ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਆਏ ਸੀਗੇ ਮਾਸਟਰ ਕਰਨ ਤੇ ਕਹਿੰਦੇ ਪਾਰਟ ਟਾਈਮ ਕੋਈ ਕੰਮ ਕਰਦੇ ਆ। ਫਿਰ ਕਿਸੇ ਨੇ ਦੱਸਿਆ ਕਿ
ਪਰੌਂਠੇ ਬਹੁਤ ਵਧੀਆ ਮਿਲਦੇ ਆ ਚਲੋ ਅੱਛਾ ਰੈਸਟੋਰੈਂਟ ਸੋਚਿਆ ਸੀ ਹਾਂਜੀ ਹਾਂਜੀ ਨਹੀਂ ਨਹੀਂ ਕਹਿੰਦੇ ਮੈਂ ਵੀ ਆਪਣਾ ਕੋਈ ਕੰਮ ਕਦੇ ਰਿਹਾ ਨਹੀਂ ਬੋਲਣ ਵਾਲਾ ਮਾਈਕ ਤੇ ਕੁਝ ਵੀ, ਉਹ ਕਹਿੰਦੇ ਕੋਈ ਨਹੀਂ ਪਰੌਂਠੇ ਬਹੁਤ ਵਧੀਆ ਮਿਲਦੇ, ਤੁਸੀਂ ਪਹੁੰਚੋ ਕੰਮ ਸਿੱਖ ਜਾਓਗੇ। ਉਹੀ ਗੱਲ ਹੀ ਉੱਥੇ ਆਏ ਸਾਰਾ ਕੁਝ ਸਿੱਖਿਆ, ਅਸੀਂ ਪ੍ਰੋਗਰਾਮਸ 'ਚ ਵੀ ਬੋਲੇ, ਖਬਰਾਂ ਵੀ ਕੀਤੀਆਂ, ਜਿਹੜਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਹੋ ਜਿਹੇ ਕੰਮ ਕਰੂੰਗਾ। ਪਰ ਬਹੁਤ ਐਕਸਪੀਰੀਅੰਸ ਜਿਹੜਾ ਹੀ ਮਿਲਿਆ, ਅੱਜ ਵੀ ਕਾਰਪੋਰੇਟ 'ਚ ਕੰਮ ਕਰਦੇ ਆ, ਕੰਮ ਆਉਂਦਾ। ਸੋ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਦਾ ਤੇ ਸਾਰੇ ਸਰੋਤਿਆਂ ਦਾ ਜਿਹੜੇ ਲਗਾਤਾਰ ਸਾਡੇ ਨਾਲ ਜੁੜੇ ਹੋਏ। ਤੇ ਆਈ ਥਿੰਕ ਜਦੋਂ ਦਾ ਮੈਂ ਪੰਜਾਬੀ ਰੇਡੀਓ USA ਨਾਲ ਜੁੜਿਆ, ਉਸ ਤੋਂ ਬਾਅਦ ਕੈਲੀਫੋਰਨੀਆ, ਆਲ ਓਵਰ ਕੈਲੀਫੋਰਨੀਆ ਦਾ ਬਹੁਤ ਟੂਰਿਜ਼ਮ ਕਹਿ ਸਕਦੇ ਇਹਨਾਂ ਦੇ ਨਾਲ ਕੀਤਾ ਆਪਾਂ। ਸੋ ਸਾਰੇ ਕੈਲੀਫੋਰਨੀਆ ਦੀ ਯਾਤਰਾ ਵੀ ਕੀਤੀ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਤਸਵੀਰਾਂ ਬੋਲਦੀਆਂ, ਗਾਣਾ ਵੀ ਚੱਲਦਾ ਹੁੰਦਾ ਸੀ ਨਾ ਵੀ ਇਦਾਂ ਆ, ਪਰ ਤਸਵੀਰ ਕਿੱਦਾਂ ਪਹੁੰਚਦੀ ਆ ਇੱਥੇ ਤੱਕ, ਉਹ ਇੱਕ ਹੁੰਦਾ ਹੈ ਅਹਿਮ ਕੰਮ। ਅੱਜ ਵੀ ਉਹ ਸੇਵਾ ਨਿਭਾ ਰਹੇ ਆ ਜੀਤ ਅਮਰਜੀਤ ਸਿੰਘ, ਤੇ ਮੈਂ ਬੇਨਤੀ ਕਰਦਾ ਹਾਂ ਉਹਨਾਂ ਨੂੰ ਵੀ ਇਹ ਇਕੱਲਾ ਕੈਮਰਾਮੈਨ ਹੀ ਨਹੀਂ, ਉਹ ਹੋਰ ਵੀ ਸਾਡੇ ਸੋਸ਼ਲ ਮੀਡੀਆ ਨੂੰ ਬਹੁਤ ਵਧੀਆ ਢੰਗ ਦੇ ਨਾਲ ਇਹ ਪ੍ਰੈਜ਼ੈਂਟ ਕਰਦੇ ਆ, ਉਸ ਨੂੰ ਇਹ ਮੇਨਟੇਨ ਕਰਦੇ ਆ। ਸੋ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਉਹ ਨਹੀਂ ਨਹੀਂ ਬਸ ਬਸ ਹਾਂਜੀ, ਅਗਲੇ ਸਾਡੇ ਰਾਜਕਨਵੀਰ ਸਿੰਘ ਆ। ਸੋ ਪਹਿਲੇ ਦਿਨ ਤੋਂ ਹੀ ਜੁੜੇ ਹੋ ਆ। ਸੋ ਇਹ ਹੈਗੇ ਆ ਮਾਸਟਰਸ ਵੀ ਕਰ ਲਈ, ਪਰ ਮੁੜ ਕੇ ਪੰਜਾਬੀ ਰੇਡੀਓ USA ਨਾਲ ਹੀ ਜੁੜੇ ਰਹੇ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਵੀ ਭੁਲੇਖਾ ਆ ਵੀ ਸਾਡਾ ਮੁੰਡਾ ਆ ਇਹ, ਤੇ ਬਾਕੀ ਇਹ ਦੱਸ ਸਕਦਾ ਵੀ ਆਪਾਂ ਕਿੱਦਾਂ ਜੀ ਬਿਹੇਵ ਕਰਦੇ ਆ। ਵਿਆਹ ਵੀ ਸਾਡੇ ਹੱਥਾਂ 'ਚ ਹੋਇਆ ਸਾਰਾ ਕੁਝ। ਸੋ ਰੇਡੀਓ ਨੂੰ ਇੱਥੇ ਤੱਕ ਪਹੁੰਚਾਉਣ ਦਾ ਜੇ ਸਾਡਾ ਵੀ ਇੰਨਾ ਜ਼ਿਆਦਾ ਜ਼ੋਰ ਲੱਗਾ, ਤਾਂ ਰਾਜਕਨਵੀਰ ਸਿੰਘ ਦਾ ਵੀ ਉਨਾ ਹੀ ਜ਼ੋਰ ਲੱਗਾ ਹੈਗਾ। ਪੇਂਟਿੰਗ ਬਣਾਈ ਆ ਰਾਜਕਨ ਸਿੰਘ ਦੀ, ਕਿਆ ਬਾਤ ਹੈ। ਸੋ ਹੋਪਫੁਲੀ ਕੋਲ ਤੇ ਓਏ ਹੋਏ ਕਿਆ ਬਾਤ ਹੈ। ਐਡਵਾਈਸ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੇ ਰਾਜ ਵੀ ਆ ਜਾਂਦਾ ਸਹੀ ਗੱਲ ਹੈ, ਇਦਾਂ ਦੀ ਚੀਜ਼ ਕਦੀ ਮਿਲ ਨਹੀਂ ਹੁੰਦੀ। ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸ਼ੁਰੂਆਤ ਵੀ ਮੈਂ ਕੀਤੀ ਸੀ, ਚਲੋ ਐਂਡ ਵੀ ਮੈਂ ਕਰ ਦਿੰਦਾ ਆ। ਥੈਂਕ ਯੂ। ਜਦੋਂ ਜਿੱਦਾਂ ਕਹਿ ਕੇ ਗਏ ਨਾ ਜਗਮੋਹਨ ਵੀ ਪਰੌਂਠੇ ਬੜੇ ਵਧੀਆ ਮਿਲਦੇ ਸੀ, ਮੈਂ ਜਿਹੜੇ ਆਪਾਂ ਚਿੱਪ ਵਾਲੇ ਰੇਡੀਓ ਦੇਖਦੇ ਸੀ, ਮੈਂ ਚਿੱਪ ਵਾਲੇ ਰੇਡੀਓ ਠੀਕ ਕਰਦਾ ਆਇਆ ਸੀ ਵੀ ਉਹਨੂੰ ਆਪਾਂ ਸੈੱਟ ਕਰਾਂਗੇ, ਇੱਦਾਂ ਕਰਾਂਗੇ। ਕਦੀ ਸੋਚਿਆ ਨਹੀਂ ਸੀਗਾ। ਉੱਥੇ IT ਦੀ ਜੌਬ ਕਰਦਾ ਸੀ ਮੈਂ ਬੈਂਗਲੌਰ 'ਚ, ਫਿਰ ਇੱਥੇ ਮਾਸਟਰ ਕਰਨ ਲਈ ਆਇਆ। ਸੈਨੋਜੇ ਸਟੇਟ ਯੂਨੀਵਰਸਿਟੀ 'ਚ ਸਿੱਖ ਸਟੂਡੈਂਟ ਐਸੋਸੀਏਸ਼ਨ ਆ, ਉਹਨਾਂ ਦੇ ਜ਼ਰੀਏ ਪੰਜਾਬੀ ਰੇਡੀਓ USA ਹਰਜੋਤ ਭਾਜੀ, ਬਲਵਿੰਦਰ ਭੈਣ ਜੀ ਦੇ ਨਾਲ ਜਿਹੜਾ ਆ ਉਹ ਮਿਲਣ ਦਾ ਮੌਕਾ ਮਿਲਿਆ। ਪਹਿਲੇ ਦਿਨ ਤੋਂ ਹੀ ਇਹਨਾਂ ਨੇ ਜਿਹੜਾ ਆਪਣੇ ਬੇਟਿਆਂ ਦੇ ਵਾਂਗ, ਬੱਚਿਆਂ ਦੇ ਵਾਂਗ ਜਿਹੜਾ ਉਹ ਰੱਖਿਆ। ਹਰ ਇੱਕ ਦੁੱਖ ਸੁੱਖ ਦੇ ਵਿੱਚ ਜਿਹੜੇ ਉਹ ਨਾਲ ਖੜੇ, ਨਾਲ ਰਹੇ। ਸੋ ਤਹਿ ਦਿਲੋਂ ਧੰਨਵਾਦ ਜਿਹੜਾ ਉਹ ਕਰਦੇ ਆ। ਸੋਚਿਆ ਨਹੀਂ ਸੀ ਕਦੀ ਇਸ ਮੁਕਾਮ ਦੇ ਉੱਤੇ ਜਿਹੜਾ ਉਹ ਪਹੁੰਚਣਾ ਆ, ਪਰ ਇਹਨਾਂ ਦੇ ਆਸ਼ੀਰਵਾਦ ਦੇ ਨਾਲ, ਇਹਨਾਂ ਦੇ ਪਿਆਰ ਦੇ ਨਾਲ, ਤੁਹਾਡੇ ਸਾਰਿਆਂ ਦੇ ਪਿਆਰ ਸਹਿਯੋਗ ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਆ। ਸੋ ਬਹੁਤ ਬਹੁਤ ਸ਼ੁਕਰੀਆ। ਉੱਦਾਂ ਤਾਂ ਬਹੁਤ ਬੋਲ ਲਈਦਾ, ਪਰ ਹੁਣ ਸ਼ਬਦ ਘੱਟ ਜਾਂਦੇ ਆ। ਇੱਦਾਂ ਦੀ ਚੀਜ਼, ਇੱਦਾਂ ਰੈਕੋਗਨਾਈਜ਼ ਹੋਣਾ, ਇਹ ਕਿਸੇ ਕਿਸੇ ਦੇ ਭਾਗ 'ਚ ਆਉਂਦਾ ਆ। ਬਹੁਤ ਸਾਰੇ ਮੇਰੇ ਦੋਸਤ ਇੱਥੇ IT ਵਾਲੇ ਆ, ਉਹ ਕਿਊਬੀਕਲ ਦੇ ਵਿੱਚ ਬਣੇ ਰਹਿ ਜਾਂਦੇ ਆ, ਕੋਈ ਜਾਣਦਾ ਨਹੀਂ, ਪਰ ਹੁਣ ਜਿੱਥੇ ਜਾਈਦਾ ਮਿਲਦੇ ਆ, ਐਪਰੀਸ਼ੀਏਟ ਕਰਦੇ ਆ ਸਾਰੇ ਜਾਣੇ। ਇਹ ਸਿਰਫ ਪੰਜਾਬੀ ਰੇਡੀਓ USA ਦੇ ਕਰਕੇ, ਇਹਨਾਂ ਦੇ ਕਰਕੇ ਆ, ਤੁਹਾਡੇ ਸਾਰਿਆਂ ਦੇ ਕਰਕੇ ਆ। ਸੋ ਬਹੁਤ ਬਹੁਤ ਥੈਂਕ ਯੂ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ